बुलेटिन तुहाडा स्वागत है। नज़र मारते हैं अज दीयां खास खबरां ते। ताज़ा मामला गुरदासपुर के रेलवे फाटक तो सामने आया, जिथे फाटक बंद होंदे सार ही गुरदासपुर ते पठानकोट जीटी रोड ते पैदल जा रही जम्मू की रहन वाली एक लड़की तो मोटरसाइकिल सवार ते नौजवान लुटेरे मोबाइल खो के फरार हो गए। जिथे पीड़ित लड़की ते लोगों ने दस्सिया कि उसने बस विच बैठना सी ते रेलवे फाटक के नेड़े जदों बस रुकदी है तां ਉਹ ਬੱਸ ਦੇ ਸਟਾਪੇਜ तक पैदल जा रही सी ਤਾਂ ਅੱਗੇ ਗੁਰਦਾਸਪੁਰ ਦਾ ਰੇਲਵੇ ਫਾਟਕ ਬੰਦ ਸੀ। ਲੜਕੀ ਦਾ ਫੋਨ ਆ ਗਿਆ ਤਾਂ ਉਸਨੇ ਫੋਨ ਕੰਨ ਨੂੰ ਲਗਾ ਲਿਆ। ਇੰਨੀ ਦੇਰ ਵਿੱਚ ਪਿੱਛੋਂ ਮੋਟਰਸਾਈਕਲ ਸਵਾਰ ਤੇ ਨਕਾਬਪੋਸ਼ ਲੁਟੇਰੇ ਝਪਟਾ ਮਾਰ ਕੇ ਉਸਦਾ ਫੋਨ ਖੋ ਕੇ ਫਰਾਰ ਹੋ ਗਏ। ਮੇਰੇ ਨਾਲ ਭਈਆ ਹੋਏ ਕਿ ਮੈਂ ਫੋਨ ਬੱਸ ਦਾ ਵੇਟ ਕਰਨੀ ਤੇ ਮੈਂ ਹੱਥ 'ਚ ਖਾਲੀ ਫੋਨ ਫੜਾਈ ਤੇ ਤਿੰਨ ਮੁੰਡੇ ਹੀ ਤੇ ਫੋਨ ਖੋ ਕੇ ਮੇਰੇ ਕੋਲ ਲੈ ਗਏ। ਕਿਹੜਾ ਫੋਨ ਕਿਹੜਾ ਸੀ? ਫੋਨ ਮੇਰਾ ਆਈਫੋਨ 7 ਪਲੱਸ। ਤੇ ਇਹ ਮੁੰਡੇ ਮੋਟਰਸਾਈਕਲ ਕਿਹੜਾ ਸੀ ਮੁੰਡੇ ਕੋਲ ਜਿਹੜਾ? ਮੁੰਡੇ ਕੋ ਭਈਆ ਇਹ ਨਹੀਂ ਪਤਾ ਮੋਟਰਸਾਈਕਲ ਕਿਹੜਾ ਸੀ। ਕਿੰਨੇ ਮੁੰਡੇ ਸੀਗੇ? ਤਿੰਨ ਮੁੰਡੇ ਸੀ। ਤਿੰਨ ਮੁੰਡੇ ਸੀਗੇ, ਠੀਕ ਹੈ। ਤੇ ਤੁਸੀਂ ਕਿੱਥੋਂ ਦੇ ਹੋ? ਮੈਂ ਜੰਮੂ। ਹੁਣ ਜੰਮੂ ਜਾਣਾ ਤੁਸੀਂ ਜ਼ਰਾ ਹੁਣ ਇਹ ਹੋਈ ਆ ਜੀ ਤਾਂ ਆਪਣੀ ਵਰਕਸ਼ਾਪ ਦੇ ਖਲੋਤਾ ਦਾ ਸੀ, ਸਾਹਮਣੇ ਵੇਖਣ ਡਿਆ ਸੀ ਕਿ ਉੱਧਰੋਂ ਫਾਟਕ ਬੰਦ ਸੀ। ਤਿੰਨ ਮੁੰਡੇ ਮੋਟਰਸਾਈਕਲ ਤੇ ਲੰਮੇ ਲੰਮੇ ਵਾੜ ਸੀ ਉਹਨਾਂ ਦੇ, ਤੇ ਬਸ ਇੱਦਾਂ ਹੀ ਪਤਾ ਲੱਗਾ ਵੀ ਉਹ ਮੋਬਾਈਲ ਖੋਹ ਕੇ ਲੈ ਗਏ। ਮੋਬਾਈਲ ਖੋਹ ਕੇ ਲੈ ਗਏ, ਆਹ ਕੁੜੀ ਦਾ ਮੋਬਾਈਲ ਆ, ਮਗਰ ਮੁੰਡੇ ਚੜੇ ਆ 5-7 ਮੋਟਰਸਾਈਕਲ ਵਾਲੇ, ਪਤਾ ਨਹੀਂ ਹੁਣ ਕਾਬੂ ਆਉਂਦੇ ਕਿ ਨਹੀਂ ਆਉਂਦੇ। ਮੋਟਰਸਾਈਕਲ ਹੈ ਕਿਹੜਾ ਸੀਗਾ? ਇਹ ਨਹੀਂ ਵੇਖਿਆ, ਨਹੀਂ ਮੈਂ ਮੋਟਰਸਾਈਕਲ ਭਜਾਉਂਦੇ ਦੇਖਿਆ ਉਹਨਾਂ ਦੇ। ਮੋਟਰਸਾਈਕਲ ਚੰਗੀ ਗੱਲ ਕਰੀ ਸਿੱਧਾ ਕੋਈ ਆ ਪਠਾਨ। ਬੀਤੇ ਦਿਨ ਅੰਮ੍ਰਿਤਸਰ ਦੇ ਫਰੈਂਡਸ ਐਵੀਨਿਊ ਏਐਸਆਈ ਦੇ ਮੁੰਡੇ ਵੱਲੋਂ ਲੜਕੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ। ਏਐਸਆਈ ਮੀਡੀਆ ਸਾਹਮਣੇ ਆਇਆ ਤਾਂ ਉਹਨਾਂ ਕਿਹਾ ਕਿ ਮੇਰੇ ਪੂਰੇ ਪਰਿਵਾਰ ਤੇ ਪਰਚਾ ਦਰਜ ਕਰ ਮੇਰੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਤੇ ਆਪਣੇ ਹੀ ਪੁਲਿਸ ਵਿਭਾਗ ਦੇ ਮਹਿਕਮੇ ਦੇ ਖਿਲਾਫ ਕੀਤੇ ਵੱਡੇ ਖੁਲਾਸੇ ਪੰਜਾਬ ਸਰਕਾਰ ਕੋਲੋਂ ਇਨਸਾਫ ਦੀ ਉਹਨਾਂ ਮੰਗ ਕੀਤੀ। ਮੇਰੇ ਨਾਲ, ਮੇਰੇ ਬੱਚਿਆਂ ਨਾਲ, ਮੇਰੇ ਪਰਿਵਾਰ ਨਾਲ ਬਹੁਤ ਪੁਲਿਸ ਪ੍ਰਸ਼ਾਸਨ ਧੱਕੇਸ਼ਾਹੀਆਂ ਕਰ ਰਿਹਾ ਜੀ। ਸਭ ਕੁਝ ਤੁਹਾਡੇ ਸਾਹਮਣੇ ਕੈਮਰਿਆਂ ਦੇ ਵਿੱਚ ਆਉਣ ਦੇ ਬਾਵਜੂਦ ਵੀ ਵੇਖੋ, ਮੈਂ, ਮੇਰੀ ਘਰ ਵਾਲੀ, ਮੇਰੇ ਬੱਚੇ ਦੇ ਨਜਾਇਜ਼ ਪਰਚਾ ਕੀਤਾ ਜੀ। ਇਹ ਨਹੀਂ ਪੁਲਿਸ ਨੇ ਇਸ ਗੱਲ ਦਾ ਪਰਚਾ ਕੀਤਾ ਗਿਆ, ਕੀ ਹੈ ਸਾਰਾ ਮਸਲਾ? ਇਹ ਜੀ ਮੇਰੇ ਬੇਟੇ ਦੀ ਫਰੈਂਡਸ਼ਿਪ ਚੱਲਦੀ ਸੀ ਕੁੜੀ ਨਾਲ 2-3 ਸਾਲ ਤੋਂ ਆ ਜੀ। ਇਹ ਇੱਕ ਦੂਜੇ ਨੂੰ ਮਿਲਦੇ ਜੀ। ਕੁੜੀ ਬਾਰ-ਬਾਰ ਮੇਰੇ ਬੱਚੇ ਨੂੰ ਉੱਥੇ ਸੱਦਦੀ ਸੀ, ਫੋਨ ਕਰਕੇ ਸੱਦਦੀ ਸੀ, ਫਿਰ ਸੱਦ ਕੇ ਤੇ ਪੁਲਿਸ ਨੂੰ ਕੰਪਲੇਂਟ ਦੇ ਦਿੰਦੀ ਸੀ ਕਿ ਜੀ ਮੈਨੂੰ ਬਲੈਕਮੇਲ ਕਰਦਾ। ਸਿਰਫ ਇਸੇ ਕਰਕੇ ਬਾਰ-ਬਾਰ ਇਹਦਾ ਜਿਹੜਾ ਮਾਸੀ ਦਾ ਮੁੰਡਾ ਜੀ ਪ੍ਰਭਲੀਨ ਢਿੱਲੋਂ, ਉਹਦੇ ਬਾਰੇ ਮੈਂ ਵੀਡੀਓ ਵੀ ਪੁਲਿਸ ਨੂੰ ਦਿੱਤੀਆਂ ਜੀ, ਬਿਆਨ ਵੀ ਅਸੀਂ ਲਿਖਾ ਗਏ ਆ ਪੁਲਿਸ ਦੇ। ਮੈਂ ਪਿੰਡ ਦੇ ਮੋਹਤਬਾਰਾਂ ਦੇ ਵੀ ਲਿਖਾਏ ਆ, ਪਰ ਪੁਲਿਸ ਨੇ ਅਸੀਂ ਤਾਂ ਉੱਤੇ ਕਾਰਵਾਈ ਕਰਨ ਦੀ ਜਗ੍ਹਾ ਤੇ ਮੇਰੇ ਬੱਚੇ ਨੂੰ ਜਾਣ ਕੇ ਹਰਾਸਮੈਂਟ ਕੁੜੀ ਕਰ ਕਰਕੇ ਸੱਦ ਕੇ ਘਰ ਆਪਣੇ ਤੇ ਜਾਣ ਕੇ ਫਿਰ ਪੁਲਿਸ ਨੂੰ ਕੰਪਲੇਂਟ ਕਰ ਦਿੰਦੀ ਸੀ ਕਿ ਮੇਰੇ ਘਰ ਆਉਂਦਾ ਜੀ। ਫੜ ਕੇ 2-3 ਸਾਲ ਤੋਂ ਇਹ ਮਿਲਦਾ ਹੈ ਜੀ। ਪਹਿਲਾਂ ਵੀ ਮੈਂ ਉੱਚ ਅਫਸਰਾਂ ਦੇ ਬਰਖਲਾਫ ਚਿੱਠੀਆਂ ਲੈ ਚੁੱਕਾ ਜੀ, ਨਸ਼ਿਆਂ ਬਾਰੇ। ਜਿੱਦਾਂ ਇਹ ਨਸ਼ਾ ਵਿਖਾਉਂਦੇ ਆ, ਗੈਂਗਸਟਰ ਲੋਕਾਂ ਦੇ ਬੱਚਿਆਂ ਨੂੰ ਇਹ ਗੈਂਗਸਟਰ ਬਣਾਉਂਦੇ ਆ। ਧਾਰਮਿਕ ਸਥਾਨਾਂ ਦੇ ਜਿੱਦਾਂ ਗੁਰੂ ਦਰਬਾਰ ਸਾਹਿਬ ਆ, ਭਈਆ ਵਾੜਿਆ ਗਿਆ ਜੀ, ਉਹ ਵੀ ਇਹ ਜਿਹੜੇ ਪੁਲਿਸ ਕਮਿਸ਼ਨ ਨੇ ਵਾੜਿਆ, ਉਹ ਪਤਾ ਹੀ ਹੈ ਜੀ, ਤੁਹਾਨੂੰ ਸਾਰਾ ਪਤਾ ਹੀ ਹੈ। ਚੋਣ ਜਾਬਤੇ ਦੇ ਵਿੱਚ ਸਾਰੇ ਪੰਜਾਬ ਦੇ ਅਫਸਰ ਬਦਲੇ ਜਾਂਦੇ ਆ ਜੀ, ਉਸ ਪੁਲਿਸ ਅਫਸਰ ਨੂੰ ਕਿਉਂ ਨਹੀਂ ਬਦਲਿਆ ਗਿਆ ਜੀ? ਇਹ ਇੱਕ ਵਿਸ਼ਾ ਬਣਦਾ ਜੀ। ਬਹੁਤ ਮਤਲਬ ਕਹਿੰਦੇ ਇਹ ਹਰਕਤਾਂ ਮਾੜੀਆਂ ਕਰ ਰਿਹਾ। ਮੈਂ 21 ਤੋਂ ਪਾ ਰਿਹਾ ਇਹਨਾਂ ਦੇ ਬਰਖਲਾਫ ਕੰਪਲੇਂਟ ਆ ਜੀ ਕਿ ਮੇਰੇ ਬੱਚੇ ਦਾ ਇਹਨਾਂ ਕਿਤੇ ਨਾ ਕਿਸੇ ਬਹਾਨੇ ਨਾਲ ਨੁਕਸਾਨ ਕਰ ਦੇਣਾ। ਮੇਰੇ ਬੱਚੇ ਦੀ ਹਾਰਟ ਸਰਜਰੀ ਹੋਈ ਹੋਵੇ, ਦਿਲ 'ਤੇ ਚਾਕੂ ਵੱਜਾ ਹੋਵੇ, ਉਹ ਬੱਚਾ ਕਿਸੇ ਨੂੰ ਫੋਨ ਕਰ ਜੂ। ਫਿਰ ਜਿਹੜੇ ਬੱਚੇ ਨੂੰ ਇਹਨਾਂ ਚੁੱਕ ਕੇ ਪਰਚਾ ਕੀਤਾ ਜੀ ਮੇਰੇ ਬੱਚੇ ਤੇ, ਉਹ ਬੱਚੇ ਦੀ ਮਾਂ ਨੇ ਬੱਚੇ ਨੂੰ ਧੱਕੇ ਨਾਲ ਪੁਲਿਸ ਨੇ ਚੁੱਕ ਕੇ ਖੜਿਆ। ਬਾਰ-ਬਾਰ ਉਹ ਤੋਂ ਬਿਆਨ ਪੜਵਾ ਕੇ, ਕਾਗਜ਼ ਪੜਵਾ ਕੇ, ਨਹੀਂ ਇੱਦਾਂ ਬਿਆਨ ਦੇਣੇ ਤੂੰ ਇੱਦਾਂ ਦੇਣੇ ਆ। ਉਹ ਬੱਚਾ ਵਿਚਾਰਾ ਡਰਦਾ ਮਾਰਾ ਕਹਿੰਦੇ ਉਹ ਘਰੋਂ ਗਾਇਬ ਗਿਆ। ਇਸੇ ਤਰ੍ਹਾਂ ਮੈਂ ਆਪਣੇ ਬੱਚੇ ਨੂੰ ਸਾਈਡ ਤੋਂ ਕੀਤਾ ਵਾ। ਇਹ ਕੁੜੀ ਜਾਣ ਬੁੱਝ ਕੇ ਮੇਰੇ ਬੱਚੇ ਨੂੰ ਫੋਨ ਕਰ ਕਰਕੇ ਸਿਰਫ ਹੁਣ ਇਹਦਾ ਦਾਦਾ ਤੇ ਇਹਨਾਂ ਦੀ ਇੱਕ ਮਾਸੀ ਦੇ ਮੁੰਡੇ ਜੀ, ਉਹ 2 ਪਰਚੇ 'ਚ ਆਉਂਦਾ ਜੀ। ਮੈਂ 319 ਕੋਰਟ ਦੇ ਥਰੂ ਕਰ ਰਿਹਾ ਜੀ। ਪੁਲਿਸ ਨੇ ਤਾਂ ਇੱਥੋਂ ਸਿੱਧ ਮੇਰੇ ਨਾਲ ਜਾਤੀਆਂ ਕੀਤੀਆਂ ਜੀ। ਜਿਹੜੇ ਵਿੱਚ FIR ਦੇ ਦਰਜੀ ਜਨਾਨੀ ਦਲਬੀਰ ਕੌਰ, ਉਹਨੂੰ ਗਵਾਹ ਬਣਾ ਕੇ ਪੇਸ਼ ਕਰਤਾ। ਵੇਖੋ ਜੀ, ਮੇਰੀ ਜਿਹੜੀ FIR ਨੂੰ ਖਾਰਜ ਕਰਨ ਲਈ ਕਰਤਾ ਜੀ। ਕੋਈ ਮੇਰੇ ਨਾਲ ਧੱਕੇਸ਼ਾਹੀ ਅਫਸਰ ਕਰਾ ਰਿਹਾ ਜੀ। ਪੁਲਿਸ ਅਫਸਰਾਂ ਦੇ 52 ਕਿਲੋ ਹੀਰੋਇਨ ਦਾ ਇੱਕ ਮਸਲਾ ਸੀ। 10 ਕਿਲੋ ਮੇਰੇ ਨਾਲ ਦਾ ਹੀ ਮੁਲਾਜ਼ਮ ਜੀ 52,000 ਰੁਪਈਆ ਦੇ ਕੇ ਉਹਨੇ 10 ਕਿਲੋ ਹੀਰੋਇਨ ਫੜਾਈ। ਸਾਹਮਣੇ ਮੈਂ ਅਫਸਰਾਂ ਦੇ ਨਾਮ ਵੀ ਲੈ ਦੇਣਾ। ਉਸ ਟਾਈਮ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਸੀ ਜੀ, ਮਖਵਿੰਦਰ ਸਿੰਘ ਭੁੱਲਰ DCP, DIG ਸਪੈਸ਼ਲ DSP D ਜਤਿੰਦਰ ਜੀ। ਜਿਹੜੇ ਬੰਦੇ ਨੇ ਫੜਾਇਆ ਜੀ 52 ਕਿਲੋ ਹੀਰੋਇਨ ਦਾ, 10 ਕਿਲੋ ਹੀਰੋਇਨ ਦਾ ਜੀ, ਉਹਨੂੰ ਬੰਦੇ ਨੇ ਮੁਖਬਰ ਨੇ ਉਸੇ ਵੇਲੇ ਦੱਸਤਾ ਕਿ ਲੈ ਤੂੰ ਆਹ 10 ਕਿਲੋ ਫੜਾਈ, 52,000 ਰੁਪਈਆ ਦੇ ਕੇ ਉਹਨੇ ਫੜਾਈ, ਤੇ ਉਹਨੇ ਉਸੇ ਵੇਲੇ ਦੱਸਤਾ ਕਿ ਉਹ ਲੈ ਤੇਰੇ CS ਸਟਾਫ ਵਾਲੇ ਛੱਡ ਕੇ ਵੀ ਗਾਂ ਚੱਲੇ ਪੈਸੇ। ਉਸੇ ਵੇਲੇ ਪੈਸੇ ਉਹ ਵਿਚਾਰਾਂ ਦਾ ਮੈਨੂੰ ਤੇ ਸਿਰਫ 52,000 'ਚ ਸਿਰਫ 1-2 ਲੱਡੂ ਬਣੇ ਜੀ ਪੁਲਿਸ ਦੇ ਖਾਣ ਲਈ। ਹੁਣ ਮੇਰੇ ਬੱਚੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜੋ ਧੱਕੇਸ਼ਾਹੀਆਂ ਕਰ ਰਿਹਾ ਜੀ। ਜੇ ਉਹਨਾਂ ਕੀਤਾ ਜੀ, ਕੈਮਰੇ ਤੇ ਸਾਰਾ ਤੁਹਾਡੇ ਸਾਹਮਣੇ ਆਇਆ ਜੀ, ਜੇ ਉਹਨਾਂ ਕੀਤਾ ਉਹਨਾਂ ਨੂੰ ਸਜ਼ਾ ਮਿਲੇ, ਦੂਜੇ ਸਾਡੇ ਪਰਿਵਾਰ ਨੂੰ ਕਿਉਂ ਕੀਤਾ ਜਾ ਰਿਹਾ ਜੀ? ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਢਾਣੀ ਮੋਰੀ ਰਾਮ ਦੇ ਇੱਕ ਰਸੂਖਦਾਰ ਵਿਅਕਤੀ ਦੇ ਘਰ ਵਿੱਚ ਘੁਸਣਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਬਿਨਾਂ ਪੁਲਿਸ ਦੀ ਪਰਮਿਸ਼ਨ ਤੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਲੈ ਬਗੈਰ ਹੀ ਘਰ ਦੀ ਹਵੇਲੀ ਦੇ ਅੰਦਰ ਚਲੇ ਗਏ ਸਨ, ਜਿਸ ਤੋਂ ਬਾਅਦ ਮਾਮਲਾ ਕਾਫੀ ਤਣਾਅਪੂਰਨ ਹੋ ਗਿਆ।
ਇਹ FIR ਨੰਬਰ 9 ਹੀ ਦਰਜ ਕੀਤੀ ਗਈ ਹੈ। ਢਾਣੀ ਮੋਹਣੇ ਸਿੰਘ ਵਾਲੇ ਪਿੰਡ ਪੈਂਦਾ ਹੈਗਾ ਵੈਰੂਕੇ ਥਾਣੇ ਦੇ ਵਿੱਚ। ਤੇ ਇੱਥੇ ਜਿਹੜੇ ਐਕਸਾਈਜ਼ ਦੇ ਜਿਹੜੇ ਜਿਹਨਾਂ ਦੇ ਕੋਲ ਠੇਕੇ ਗਏ, ਇਹਨਾਂ ਦੇ ਪ੍ਰਾਈਵੇਟ ਜਿਹੜੇ ਬੰਦੇ ਸੀਗੇ, ਉਹ ਇੱਕ ਘਰ ਦੇ ਵਿੱਚ ਤਲਾਸ਼ੀ ਕਰਨ ਵਾਸਤੇ ਗਏ ਸੀ ਉੱਥੇ। ਤੇ ਉੱਥੇ ਜੀ ਉੱਥੇ ਇਹਨਾਂ ਦੀ ਕਿਹਾ ਸੁਣੀ ਹੋ ਗਈ, ਇਹਨਾਂ ਨੇ ਜਾ ਕੇ ਸਾਰੇ ਘਰ ਦੇ ਵਿੱਚ ਫਰੋੜਾ ਫਰਾੜੀ ਕੀਤੀ ਸੀ। ਤੇ ਮਿਲਿਆ ਉੱਥੇ ਕੁਝ ਨਹੀਂ ਸੀਗਾ। ਉਹ ਜਿਹੜੇ ਘਰ ਵਾਲੇ ਸੀਗੇ ਉਹਨਾਂ ਨੂੰ ਥੋੜ੍ਹਾ ਰੋਸ਼ ਸੀਗਾ ਵੀ ਜੇ ਸਾਡੇ ਘਰੇ ਕੁਝ ਨਹੀਂ ਮਿਲਿਆ ਜਾਂ ਸਾਨੂੰ ਦੱਸ ਦੇ ਜਾਂ ਮੌਤਬਰ ਬੰਦੇ ਨਾਲ ਲੈ ਕੇ ਆਉਂਦੇ ਜਾਂ ਕੋਈ ਥਾਣੇ ਦਾ ਪੁਲਿਸ ਦਾ ਮੁਲਾਜ਼ਮ ਵੀ ਨਾਲ ਹੁੰਦਾ ਤੇ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਹੋਣੀ। ਤੇ ਉਹਨਾਂ ਨੂੰ ਫਿਰ ਇਸ ਚੀਜ਼ ਦਾ ਰੋਸ਼ ਸੀਗਾ ਵੀ ਇਹ ਇਕੱਲੇ ਬੰਦੇ ਆ ਕੇ ਇਹਨਾਂ ਨੇ ਇੱਥੇ ਕਿਉਂ ਰੇਡ ਕੀਤੀ ਹੈ। ਉਹਦੇ ਸੰਬੰਧ 'ਚ ਫਿਰ ਅਸੀਂ FIR ਨੰਬਰ 9 ਜਿਹੜੀ ਹੈਗੀ ਹੈ 452 323 506 ਜਿਹੜੀ ਹੈ ਵੈਰੂਕਾ ਥਾਣੇ ਦੇ ਵਿੱਚ ਅਸੀਂ 7 ਬੰਦਿਆਂ ਦੇ ਖਿਲਾਫ ਦਰਜ ਕੀਤੀ ਹੈਗੀ ਹੈ। ਸਰ ਇਹ ਕੌਣ ਬੰਦੇ ਨੇ ਜਿਹਨਾਂ ਦੇ ਘਰ ਗਏ ਸੀਗੇ ਜੀ? ਇਹ ਉੱਥੇ ਜਿਹੜੇ ਕਿ ਪਿੰਡ ਦੇ ਮੋਹਤਬਰ ਹੈਗੇ, ਦੀਪਕ ਕੁਮਾਰ ਸਰਪੰਚ ਹੈਗਾ, ਉਹਨਾਂ ਦੇ ਸੀਗੇ ਜੀ। ਸਰ ਇਹਨਾਂ ਦੇ ਨਾਲ ਕੋਈ ਐਕਸਾਈਜ਼ ਵਿਭਾਗ ਦੀ ਟੀਮ ਵੀ ਸੀਗੀ, ਪੁਲਿਸ ਪਾਰਟੀ ਵੀ ਸੀ? ਨਹੀਂ, ਪੁਲਿਸ ਪਾਰਟੀ ਨਹੀਂ ਗਈ ਸੀ। ਜੇ ਪੁਲਿਸ ਪਾਰਟੀ ਹੁੰਦੀ ਤਾਂ ਫਿਰ ਉੱਥੇ ਕੋਈ ਪ੍ਰੋਬਲਮ ਆਣੀ ਨਹੀਂ ਸੀ, ਕਿਉਂਕਿ ਫਿਰ ਸਾਡੇ ਉੱਥੇ ਐਂਟਰੀ ਵਗੈਰਾ ਕਰਾ ਕੇ ਜਾਂਦੇ ਹੈਗੇ ਜਿਹੜੇ ਕੰਸਰਨ ਥਾਣਾ ਹੁੰਦਾ ਹੈਗਾ। ਇਹ ਸਿਵਲ ਦੇ ਬੰਦੇ ਸੀਗੇ, ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਜਿਸ ਹਿਸਾਬ ਨਾਲ ਇਹ ਦੱਸ ਸਕਦੇ ਹਲੇ ਸਾਨੂੰ, ਪਰ ਉਸ ਹਿਸਾਬ ਨਾਲ ਨਾ ਉੱਥੇ ਕੋਈ ਉੱਥੇ ਰਿਕਵਰੀ ਹੋਈ ਤੇ ਨਾ ਹੀ ਉੱਥੇ ਕੋਈ ਇਹੋ ਜਿਹੀ ਚੀਜ਼ ਸੀਗੀ ਜਿਹੜੀ ਸਾਨੂੰ ਲੱਗੇ ਵੀ ਹਾਂ ਵੀ ਸ਼ੱਕ ਦੀ ਬਣਾ ਸੀਗੀ। ਜਿਹੜਾ ਮਦਈ ਜੀ ਉਹ ਦੱਸਿਆ ਜਾ ਰਿਹਾ ਕਿ ਵਿਧਾਇਕ ਦਾ ਰਿਸ਼ਤੇਦਾਰ ਇਸ ਕਾਰਨ ਮਾਮਲਾ ਦਰਜ ਹੋਇਆ ਜੀ। ਨਹੀਂ, ਦੇਖੋ ਇਹ ਤਾਂ ਭਾਵੇਂ ਰਿਸ਼ਤੇਦਾਰ ਹੋਣ ਚਾਹੇ ਨਾ ਹੋਣ, ਕਿਉਂਕਿ ਆਂਢ ਗੁਆਂਢ ਦੇ ਵਿੱਚ ਸਾਰੇ ਜਿਹੜੇ ਹੈਗੇ ਇੱਕ ਦੂਜੇ ਨੂੰ ਰਿਸ਼ਤੇਦਾਰ ਤਾਂ ਜਾਣ ਪਛਾਣ ਦੇ ਹੈਗੀ ਇਹਨਾਂ ਦੀ। ਪਰ ਇਹ ਹੈਗਾ ਵੀ ਜਿਹੜਾ ਬੰਦਾ ਗਲਤ ਕਰੇਗਾ, ਹੁਣ ਜਿੱਥੇ ਕੋਈ ਇਨਫੋਰਮੇਸ਼ਨ ਹੀ ਨਾ ਹੋਵੇ ਤਾਂ ਜੇ ਅਗਰ ਉਹ ਐਂਟਰੀ ਕਰਾ ਕੇ ਵੀ ਜਾਂਦੇ ਫਿਰ ਭਾਵੇਂ ਜਿਹੜਾ ਮਰਜ਼ੀ ਜਿਹਦਾ ਮਰਜ਼ੀ ਘਰ ਹੁੰਦਾ ਤੇ ਉੱਥੇ ਸਰਚ ਅਸੀਂ ਕਰ ਸਕਦੇ ਸੀਗੇ। ਪਰ ਇਹ ਇਹਨਾਂ ਨੇ ਨਾ ਤਾਂ ਕੋਈ ਸਰਕਾਰੀ ਸਾਨੂੰ ਦੱਸਿਆ ਹੈਗਾ, ਨਾ ਸਾਡੇ ਕੋਲ ਤੇ ਥਾਣੇ ਗਿਆ ਸੀ ਇਹਨਾਂ ਕੋਲ। ਲੋਕਾਂ ਦਾ ਕਹਿਣਾ ਜੀ ਇਹਨਾਂ ਕੋਲ ਹਥਿਆਰ ਰੂਪੀ ਜਿਹੜੇ ਕਿ ਸੂਏ ਵਗੈਰਾ ਬੜੇ ਭਾਰੀ ਮਾਤਰਾ 'ਚ ਹੁੰਦੇ ਨੇ, ਗੁੰਡਾਗਰਦੀ ਅਕਸਰ ਹੀ ਪਿੰਡਾਂ 'ਚ ਦੇਖਣ ਨੂੰ ਮਿਲਦੀ ਹੈ। ਕੋਈ ਅੱਗੇ ਵੀ ਕੋਈ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੀ? ਨਹੀਂ, ਪਹਿਲੇ ਤਾਂ ਇਹੋ ਜਿਹੀ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਈ ਨਹੀਂ ਕਿ ਭਾਈ ਇਹਨਾਂ ਕੋਲ ਸੂਏ ਹੁੰਦੇ ਕਿ ਜਿਸ ਹਿਸਾਬ ਨਾਲ ਇਹਨਾਂ ਕੋਲ ਬੋਰੀਆਂ ਹੁੰਦੀਆਂ ਵੱਡੀਆਂ ਜਾਂ ਜਿਹੜੀ ਤੂੜੀ ਦੇ ਪੰਡ ਹੁੰਦੇ ਉਹਨੂੰ ਖੋਲ ਕੇ ਦੇਖਦੇ ਕਿ ਉਹ 'ਚ ਸੂਆ ਮਾਰ ਕੇ ਦੇਖਦੇ ਵੀ ਇੱਥੇ ਕੋਈ ਸ਼ਰਾਬ ਹੈਗੀ ਕਿ ਨਹੀਂ ਹੈਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਸਰਹੱਦੀ ਖੇਤਰਾਂ ਦੇ ਸਰਪੰਚਾਂ ਨਾਲ ਮੀਟਿੰਗ ਲਈ ਪਠਾਨਕੋਟ ਪਹੁੰਚੇ, ਜਿੱਥੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਗੰਭੀਰ ਸਵਾਲ ਉਠਾਏ। ਉਹਨਾਂ ਕਿਹਾ ਕਿ ਪੰਜਾਬ ਦੇ 6 ਜ਼ਿਲ੍ਹੇ ਬਹੁਤ ਹੀ ਸੰਵੇਦਨਸ਼ੀਲ ਹਨ ਤੇ ਪਾਕਿਸਤਾਨ ਸਾਡਾ ਦੁਸ਼ਮਣ ਹੈ ਤੇ ਸ਼ਰਾਰਤ ਕਰਨ ਤੋਂ ਗੁਰੇਜ਼ ਨਹੀਂ ਕਰਦਾ। बदमाशी करने में कहीं पीछे नहीं रहता, सीधा तो हमारे से संघर्ष कर नहीं सकता, लड़ाई लड़ नहीं सकता, और परोक्ष रूप में कैसे हिंदुस्तान को नुकसान पहुंचाया जाए ये हमेशा कोशिश रहती है। अभी जो है बॉर्डर से ड्रग्स का स्मगलिंग, हथियारों को बेचना, माफिया गैंग, टेररिस्ट नेटवर्क जो है यहाँ बनाना और हमारे देश को आने पहुंची। सबसे ज्यादा देश का नुकसान कब होता है? नई पीढ़ी को बर्बाद करना, दुश्मन ये सबसे ज्यादा करता है। और संस्कृति में भी यदि किसी से दुश्मनी निकालना है तो उसकी औलाद को बर्बाद कर दो, तो अपनी नेक्स्ट पीढ़ी को टारगेट करना मेरा चिंता का विषय है। मैं तो धन्यवाद देता हूँ पत्रकार जगत को, उनके माध्यम से मुझे मालूम पड़ता है स्कूलों में ड्रग्स पहुंचना है। स्कूल वालों से भी मिलता हूँ क्योंकि एजुकेशन फील्ड से काफी मैं जुड़ा रहा, स्कूल प्रोग्राम में भी जाते हैं, लोग भी मिलते हैं, प्रिंसिपलों की चिंता है, ड्रग्स के बारे में बताते हैं, चिंतित हो। जहाँ तक पंजाब का सवाल है, पंजाब का तो एक बहुत ही गौरवशाली इतिहास है और कहने में मुझे हिचक नहीं, मैंने अभी भी भाषण में कहा है। मेरा पूरा हिंदुस्तान में संबंध तो रहा था, राजस्थान पूरा कार्य क्षेत्र मेरा रहा महाराष्ट्र, यहाँ से 2 बार तो मैं विधायक रहा, मंत्री भी रहा महाराष्ट्र में, 3 बार वहां से लोकसभा में चुन के गया।
उसके बाद में गवर्नर रहा, आसाम का गवर्नर रहा, मेघालय का गवर्नर रहा, तमिलनाडु का, उसके बाद में पंजाब में आया। और भी सब ध्यान में है। ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਭਾਈ ਦੀ ਦਾਣਾ ਮੰਡੀ ਵਿੱਚ ਗੱਡੀ ਵਿੱਚੋਂ ਏਐਸਆਈ ਦੀ ਲਾਸ਼ ਮਿਲੀਆਂ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਚਰਨਜੀਤ ਸਿੰਘ ਵਾਸੀ ਫਰੀਦਕੋਟ ਦੀ ਲਾਸ਼ ਆਪਣੀ ਹੀ ਸਵਿਫਟ ਕਾਰ ਵਿੱਚ ਮ੍ਰਿਤਕ ਹਾਲਤ ਵਿੱਚ ਪਾਈ ਗਈ। ਦੱਸਿਆ ਗਿਆ ਹੈ ਕਿ ਚਰਨਜੀਤ ਸਿੰਘ ਮੋਗਾ ਵਿਖੇ ਤੈਨਾਤ ਸੀ ਅਤੇ ਉਸ ਦੀ ਸਰਵਿਸ ਰਿਵਾਲਵਰ ਵੀ ਉਸ ਦੇ ਨਜ਼ਦੀਕ ਪਈ ਪਾਈ ਗਈ। ਦੇਖੋ ਜੀ, ਜਿਹੜੇ ਸਾਡੇ ਜਵਾਨ ਦੀ ਡੈਥ ਹੋਈ ਉਹਦਾ ਨਾਮ ਹੈ ਏਐਸਆਈ ਚਰਨਜੀਤ ਸਿੰਘ। ਇਹ ਏਜੀਟੀਐਫ ਵਿੱਚ ਲੱਗੇ ਹੋਏ ਸੀ ਤੇ ਇਹ ਫਰੀਦਕੋਟ ਦੇ ਰਹਿਣ ਵਾਲੇ ਆ ਤੇ ਤਲਵੰਡੀ ਭਾਈ ਇਹਦੀ ਬੋਡੀ ਮਿਲੀ ਹੈ। ਜਿਹੜਾ ਮੈਟਰ ਹੈ ਉਹ ਅੰਡਰ ਇਨਵੈਸਟੀਗੇਸ਼ਨ ਹੈ। ਇਹ 'ਚ ਐਸਐਚਓ ਤਲਵੰਡੀ ਭਾਈ ਤੇ ਡੀਐਸਪੀ ਦਿਹਾਤੀ ਇਸ ਚੀਜ਼ ਦੀ ਤਹਿਕੀਕਾਤ ਕਰ ਰਹੇ ਆ। ਜੋ ਵੀ ਤੱਥ ਸਾਹਮਣੇ ਆਉਣਗੇ ਅਸੀਂ ਸਾਡੇ ਮਾਧਿਅਮ ਰਾਹੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਵੈਸੇ ਹਜੇ ਤੱਕ ਅਸੀਂ ਇਹਨੂੰ ਪੋਸਟਮਾਰਟਮ ਲਈ ਭੇਜ ਰਹੇ ਬੋਡੀ। ਸਰ ਗੋਲੀ ਲੱਗੀ ਹੈ? ਹਾਂਜੀ, ਗੋਲੀ ਲੱਗੀ ਹੈ ਜੀ ਉਹਨੂੰ। ਐਸਐਮ ਸਰ ਮੌਕੇ ਡਿਊਟੀ ਸੀ ਇਹਨਾਂ ਦੀ? ਰਿਵਾਲਵਰ ਜਾਂ ਪਿਸਟਲ ਵੀ ਉਹਦੇ ਕੋਲ ਪਾਇਆ ਗਿਆ। It can be possibly be a case of suicide, but upon the completion of investigation ਅਸੀਂ ਤੁਹਾਨੂੰ ਦੱਸ ਦਾਂਗੇ ਜੋ ਵੀ ਚੀਜ਼ ਹੈ। ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਦੁਪਹਿਰ ਗੁਰਦਾਸਪੁਰ ਦੇ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ਪਹੁੰਚੇ, ਜਿੱਥੇ ਉਹਨਾਂ ਵੱਲੋਂ ਸਰਹੱਦੀ ਪਿੰਡਾਂ ਦੇ ਵਸਨੀਕਾਂ ਅਤੇ ਮੌਤਬਰ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਗਿਆ। ਜਿਸ ਤੋਂ ਬਾਅਦ ਮੀਡੀਆ ਨਾਲ ਪ੍ਰੈਸ ਵਾਰਤਾ ਵਿੱਚ ਗੱਲਬਾਤ ਕਰਦਿਆਂ ਹੋਇਆਂ ਰਾਜਪਾਲ ਬਨਵਾਰੀ ਲਾਲ ਨੇ ਕਿਹਾ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇਸ਼ ਦੀਆਂ ਸਰਹੱਦਾਂ ਦੇ ਡਰੋਨਾਂ ਰਾਹੀਂ ਲਗਾਤਾਰ ਨਸ਼ਾ ਦੀ ਲਗਾਤਾਰ ਸਪਲਾਈ ਭੇਜ ਕੇ ਭਾਰਤ ਤੇ ਹਮਲਾ ਕਰ ਰਿਹਾ ਹੈ, ਜਿਸ ਤੋਂ ਬਚਣ ਦੀ ਜ਼ਰੂਰਤ ਹੈ। लोगों से समझ में आया, चीज़ समझ में आई, तो ये समझ में आया कि 6 जिले ये महत्वपूर्ण है। कोई चिंता का विषय क्या है? मैं तो जाता हूँ सब जगह, लुधियाना, जालंधर, पटियाला, उधर में सभी जगह में कोई न कोई बहाने से कोई कार्यक्रम से जाता हूँ तो मुलाकात होती है। अमृतसर भी आया हूँ, पहले भी आया हूँ, अमृतसर की भी रिपोर्ट आती है, लोग सब मिलते हैं, चिंता होती है। खाली एडल्ट्स का सवाल नहीं है, ड्रग्स स्कूलों में घुस गई, बच्चे एडिक्ट हो रहे हैं, पेरेंट्स अपने को ऐसा समझते हैं, ऐसा है महसूस कर रहे हैं। कुछ बच्चे तो यहाँ तक इतने एडिक्ट हो जाते हैं कि घर में चोरी करने लग जाते। ऐसी भी शिकायतें आ रही हैं, एक नहीं कई शिकायतें। माफिया गैंग के चंगुल में फंस जाते हैं, माफिया हावी हुए हैं। परिस्थिति ये हो गई कि गांव में यदि हम जाएं, गाँव वाले बोलते हैं साहब जैसे जनरल स्टोर पे सामान मिलता है वैसे दवाई यहाँ ड्रग्स मिलते हैं कहीं भी। पुलिस को मालूम नहीं होगा पर गांव वाले तो सब जानते हैं ना। मेरे दौरे का उद्देश्य मैं आपको बताता हूँ, किसी पे दोषारोपण करना नहीं, परंतु सिचुएशन के हालात जनता को समझाना। टेक्नोलॉजी में पूरा रिसर्च हो रहा है, डीआरडीओ में भी काफ़ी प्रगति हुई है और मेरे ख्याल से कुछ जल्दी इसका तो हल निकलेगा ही, पर इन द मीन टाइम हम हाथ पे हाथ धरे तो नहीं बैठे रह सकते ना। तो मैं कह रहा हूँ, अभी साथ में हमारे चीफ सेक्रेटरी साहब भी हैं, डीजीपी साहब भी हैं, मतलब कुछ न कुछ करना है। बल्कि मैं तो 2 कदम आगे जाता हूँ, मेरे को केंद्र की सवाल नहीं, साइड का सवाल नहीं, केंद्र की भी जिम्मेदारी है। यदि ऐसी सिचुएशन आती है जहाँ पर इतना बड़ा पाकिस्तान परोक्ष रूप से जब हमला कर रहा है, पाकिस्तान की सह के बिना तो हो नहीं सकता, गवर्नमेंट तो कर रहा है, तो उसमें यदि पंजाब सरकार कुछ कम पड़ रही है, ओपनली बोले ना, मांगे। ਗਾਇਕਾ ਅਫਸਾਨਾ ਖਾਨ ਅਤੇ ਉਸਦੇ ਪਤੀ ਨੇ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਦੇਵੀ ਮੰਦਿਰ ਵਿੱਚ ਮੱਥਾ ਟੇਕਿਆ। ਅਫਸਾਨਾ ਖਾਨ ਆਪਣੇ ਪਤੀ ਦੇ ਨਾਲ ਪਟਿਆਲਾ ਪਹੁੰਚੇ ਤੇ ਪਟਿਆਲਾ ਦੇ
ਕਾਲੀ ਦੇਵੀ ਮੰਦਿਰ ਵਿੱਚ ਉਹਨਾਂ ਦੋਨਾਂ ਨੇ ਇਕੱਠੇ ਮੱਥਾ ਟੇਕਿਆ। ਖੰਨਾ ਪੁਲਿਸ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜਿਹੜਾ ਬਾਰਡਰ ਰਾਹੀਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਇਸ ਗਿਰੋਹ ਦੇ 3 ਮੈਂਬਰ ਕਾਬੂ ਕੀਤੇ ਗਏ, ਜਿਨ੍ਹਾਂ ਕੋਲੋਂ 6 ਹਥਿਆਰ, 22 ਰੋਂਦ ਅਤੇ 2 ਗੱਡੀਆਂ ਬਰਾਮਦ ਹੋਈਆਂ। ਇਸ ਗਿਰੋਹ ਦਾ ਸਬੰਧ ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਹੈ। ਕਾਬੂ ਕੀਤੇ ਗਏ ਗਿਰੋਹ ਦੇ 3 ਮੈਂਬਰਾਂ ਚੋਂ ਦੀਪਕ ਗੋਇਲ ਆਮ ਆਦਮੀ ਪਾਰਟੀ ਦਾ ਯੂਥ ਆਗੂ ਹੈ, ਜਿਸ ਨੇ 1 ਸਾਲ ਪਹਿਲਾਂ ਹੀ ਚੰਡੀਗੜ੍ਹ ਵਿਖੇ ਆਪ ਇੰਚਾਰਜ ਜਰਨੈਲ ਸਿੰਘ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਹਾਜ਼ਰੀ ਵਿੱਚ ਪਾਰਟੀ ਜੁਆਇਨ ਕੀਤੀ ਸੀ। ਭਾਈ ਤੁਹਾਨੂੰ ਆਮ ਆਦਮੀ ਪਾਰਟੀ ਕਿਹਨੇ ਜੁਆਇਨ ਕਰਾਈ ਸੀ? ਹੈ ਚੰਡੀਗੜ੍ਹ ਕੀਤੀ ਸੀ। ਗਿਆਸਪੁਰ ਨਾਲ ਕੀ ਸੰਬੰਧ ਸੀਗੇ ਤੁਹਾਡੇ? ਕੋਈ ਸੰਬੰਧ ਨਹੀਂ ਹੈ ਕਿ ਪਾਰਟੀ ਵਰਕਰ ਆ। ਤੇ ਆਮ ਆਦਮੀ ਪਾਰਟੀ ਦਾ ਕਿਹੜਾ ਉਹਦੇ ਤੁਹਾਡੇ ਕੋਲ? ਹਾਂਜੀ, ਕੋਈ ਉਹਦਾ ਨਹੀਂ ਹੈਗਾ। ਨਹੀਂ ਤਾਂ ਤੁਹਾਨੂੰ ਕਿਹਨੇ ਜੁਆਇਨ ਕਰਾਇਆ ਸੀ ਉੱਥੇ ਚੰਡੀਗੜ੍ਹ? ਆਪ ਹੀ ਕਰਕੇ ਆਏ ਸੀ ਅਸੀਂ। ਉਸ ਸਮੇਂ ਕੌਣ ਸੀ ਉਹ ਪਾਰਟੀ ਦਾ? ਹੈ ਜੀ, ਦੋਸਤ ਸੀਗਾ ਨਾਲ ਮੇਰੇ। ਅੱਛਾ ਜੀ, ਹਾਂਜੀ। ਕਿੰਨੇ ਚਿਰ ਤੁਸੀਂ ਆਪ ਕੰਮ ਕਰ ਰਹੇ ਹੋ? ਸਰ, ਅੱਜ ਦੀ ਪ੍ਰੈਸ ਕਾਨਫਰੰਸ ਦਾ ਮੌਕੇ ਕੀ ਜੀ? ਅੱਜ ਦੀ ਪ੍ਰੈਸ ਕਾਨਫਰੰਸ ਜੋ ਖੰਨਾ ਪੁਲਿਸ ਵੱਲੋਂ ਆਰਮਸ ਦੀ ਯੂਜ਼ ਰਿਕਵਰੀ ਕੀਤੀ ਗਈ ਹੈ ਉਹਦੇ ਰਿਗਾਰਡਿੰਗ ਜਾਣੂ ਕਰਾਉਣਾ ਹੈ, ਤੇ ਨਾਲ ਹੀ ਜੋ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਡਰੱਗਸ ਦੀ ਰਿਕਵਰੀ ਕੀਤੀ ਹੈ ਉਹਦੇ ਬਾਰੇ ਸਾਰਿਆਂ ਨੂੰ ਜਾਣੂ ਕਰਾਉਣਾ ਸੀ। ਜਿਹੜੇ ਆਰਮਸ ਦੀ ਰਿਕਵਰੀ ਹੈ ਉਹਦੇ ਵਿੱਚ ਸਾਨੂੰ ਟੋਟਲ 6 ਵੈਪਨਸ ਰਿਕਵਰ ਹੋਏ हैं, 19 ਰਾउंड रिकवर हुए हैं और 3 राउंड ਹੋਰ ਰਿਕਵਰ ਹੋਏ हैं जो 32 ਬੋਰ ਹੈ। ਉਹਦੇ ਵਿੱਚ 3 ਵਿਅਕਤੀ ਜੋ ਹੈ ਅਰੈਸਟ ਹੋਏ हैं, ਰਾਉਂਡ ਅਪ ਕੀਤੇ ਗਏ हैं। ਉਹ 26 ਤਾਰੀਖ ਨੂੰ ਮੁਕੱਦਮਾ ਦਰਜ ਹੋਇਆ ਸੀ, ਜਿਸ ਦੇ ਵਿੱਚ ਇੱਕ ਆਕਾਸ਼ ਨਾਮ ਦਾ ਵਿਅਕਤੀ ਜੋ ਸੀ ਉਹ ਰਾਉਂਡ ਅਪ ਹੋਇਆ ਸੀ। ਉਹਦੇ ਕੋਲੋਂ ਗਲੌਕ ਪਿਸਟਲ ਰਿਕਵਰ ਹੋਇਆ ਸੀਗਾ। ਉਹਦੀ ਪੁੱਛਗਿੱਛ ਦੌਰਾਨ ਪਰਮਿੰਦਰ ਸਿੰਘ ਐਲੀਅਸ ਪਿੰਦਰੀ ਨਾਮ ਦਾ ਵਿਅਕਤੀ ਉਹ ਵੀ ਰਾਉਂਡ ਅਪ ਹੋਇਆ ਹੈ, ਜੋ ਵੀ ਵੈਪਨ ਸਮਗਲਿੰਗ ਦੇ ਵਿੱਚ ਇਨਵੋਲਵਡ ਹੈ। ਉਹਨਾਂ ਦੀ ਜਦੋਂ ਜੁਆਇੰਟਲੀ ਇੰਟਰੋਗੇਸ਼ਨ ਉਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਸੀ, ਉਸ ਤੋਂ ਇੱਕ ਦੀਪਕ ਗੋਇਲ ਨਾਮ ਦਾ ਬੰਦਾ ਆਈਡੈਂਟੀਫਾਈ ਹੋਇਆ, ਜੋ ਕਿ ਇਹਨਾਂ ਦੇ ਦੱਸਣ ਮੁਤਾਬਿਕ ਆਰਮਸ ਦੀ ਸਮਗਲਿੰਗ ਕਰਦਾ ਹੈ ਤੇ ਉਹਦੇ ਕੋਲ ਵੈਪਨਸ ਵੀ, ਇਲੀਗਲ ਵੈਪਨਸ ਵੀ ਮੌਜੂਦ ਹੈ। ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਕੋਲੋਂ ਵੀ 5 ਵੈਪਨ ਰਿਕਵਰ ਹੋਏ हैं, ਜਿਸ ਦੇ ਵਿੱਚ ਇੱਕ ਪਿਸਟਲ ਸੀ, 4 ਦੇਸੀ ਕੱਟੇ ਸੀ ਔਰ ਕਾਫੀ ਜ਼ਿਆਦਾ ਅਮਾਊਂਟ ਦੇ ਵਿੱਚ ਜੋ ਰਾਉਂਡਸ ਮਿਲੇ, ਲਾਈਵ ਰਾਉਂਡਸ ਮਿਲੇ। ਤੇ ਸਰ, ਜਿਹੜੀ ਗਲੌਕ ਪਿਸਟਲ ਦੇਖਣ ਨੂੰ ਮਿਲੇ ਹੈ, ਕਿੱਥੋਂ ਲੈ ਕੇ ਆਉਂਦੇ ਸੀਗੇ? ਦੇਸੀ ਕੱਟੇ ਤਾਂ ਸਮਝ ਆਉਂਦੇ, ਤੇ ਗਲੌਕ ਵਗੈਰਾ ਕਿੱਥੋਂ ਆਉਂਦੇ ਜੀ? ਇਹ ਬੜਾ ਹੀ ਇੰਪੋਰਟੈਂਟ ਹੈ, ਇਸ ਕਰਕੇ ਕੇਸ ਕਾਫੀ ਇੰਪੋਰਟੈਂਟ ਬਣ ਜਾਂਦਾ ਹੈ, ਕਿਉਂਕਿ ਗਲੌਕ ਪਿਸਟਲ ਜੋ ਹੈ ਉਹ ਨਾਰਮਲੀ ਅਵੇਲੇਬਲ ਨਹੀਂ ਹੁੰਦਾ, ਉਹ ਜਾਂ ਤਾਂ ਸਰਕਾਰੀ ਅਫਸਰਾਂ ਦੇ ਕੋਲ ਹੁੰਦਾ ਹੈ। ਅਦਰਵਾਈਜ਼ ਇਹ ਜੋ ਸਾਨੂੰ ਵੀ ਇਹਦੇ ਵਿੱਚ ਅੰਦਾਜ਼ਾ ਹੈ ਕਿ ਹੋ ਸਕਦਾ ਹੈ ਕਿ ਇਹ ਅਕ੍ਰੋਸ ਦ ਬਾਰਡਰ ਸਮਗਲਿੰਗ ਜਾਂ ਕਿਸੇ ਹੋਰ ਰੂਟ ਦੇ ਥਰੂ ਇਹ ਲਾਇਆ ਗਿਆ, ਜਿਸ ਦੀ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ, ਕਿਹੜੇ ਗੈਂਗਸਟਰਾਂ ਦੇ ਨਾਲ ਇਹਨਾਂ ਦੇ ਸੰਬੰਧ ਹੁਣ ਤੱਕ ਜਿਹੜੇ ਸਾਹਮਣੇ ਆਏ ਨੇ? 2 ਜੋ ਅਕਿਊਜ਼ ਹੈ, ਆਕਾਸ਼ ਤੇ ਪਿੰਦਰੀ, ਇਹਨਾਂ ਦੇ ਅਗੇਂਸਟ ਪਹਿਲਾਂ ਵੀ ਇੱਕ ਪਰਚਾ ਰਜਿਸਟਰਡ ਹੈ, ਜਿਹਦੇ ਵਿੱਚ ਇਹਨਾਂ ਨੇ ਸੁਖਪ੍ਰੀਤ ਬੁੱਢਾ ਜਿਹੜਾ ਗੈਂਗਸਟਰ ਹੈਗਾ ਉਹਦੇ ਸਾਥੀ ਨੂੰ ਠਹਿਰ ਪ੍ਰੋਵਾਈਡ ਕੀਤੀ ਸੀ, ਔਰ ਹੁਣ ਵੀ ਉਹਨਾਂ ਦੇ ਕੋਲ ਕਾਫੀ ਵੈਪਨਸ ਵਗੈਰਾ ਵੀ ਰਿਕਵਰ ਹੋਏ हैं, ਜਿਸ ਕਰਕੇ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਫਰਦਰ ਕਿ ਇਹਨਾਂ ਦੇ ਲਿੰਕਸ ਹਲੇ ਵੀ ਉਹਨਾਂ ਦੇ ਨਾਲ ਹੈਗੇ। ਸਰ, ਫੀਡਬੈਕ ਕੀ ਹੈ ਇਹਦਾ? ਕੋਈ ਪੋਲੀਟੀਕਲ ਕਨੈਕਸ਼ਨ ਵੀ ਸਾਹਮਣੇ ਆਇਆ ਕਿਸੇ ਵਿਅਕਤੀ ਦਾ ਜੀ? ਨਹੀਂ, ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਹੈ, ਬਟ ਇਹ ਇਲੀਗਲ ਵੈਪਨ ਜ਼ਰੂਰ ਇਹਨਾਂ ਦੀ ਕਸਟਡੀ ਵਿੱਚ ਮਿਲੇ हैं। तो ਇਹ ਫਰਦਰ ਕਿਸ ਨੂੰ ਟਾਰਗੇਟ ਕਰਨਾ ਚਾਹੁੰਦਾ ਸੀ ਜਾਂ ਕਿਸ ਨੂੰ ਮਾਰਨਾ ਚਾਹੁੰਦੇ ਸੀ, ਜਾਤੀ ਰੰਜਿਸ਼ ਸੀਗੀ ਜਾਂ ਕੀ ਕਾਰਨ ਸੀ, ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਸਰ, ਕੁਝ ਆਡੀਓ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਬੰਦੇ ਨਾਮ ਲੈ ਰਹੇ ਨੇ ਕਿ ਸਾਨੂੰ ਮਾਰਨ ਵਾਸਤੇ ਇਹ ਪਿਸਟਲ ਲੈ ਕੇ ਆਏ ਸੀ। ਸਰ, ਉਹ ਤੁਹਾਡੇ ਧਿਆਨ 'ਚ ਆਇਆ? ਨਹੀਂ, ਹਲੇ ਸਾਡੇ ਧਿਆਨ ਦੇ ਵਿੱਚ ਨਹੀਂ ਹੈ, ਜਿੱਦਾਂ ਹੀ ਇਨਵੈਸਟੀਗੇਸ਼ਨ ਦਾ ਪਾਰਟ ਬਣਦਾ ਅਸੀਂ ਉਹਨੂੰ ਵਿਚਾਰਾਂਗੇ। ਸਰ, ਹੋਰ ਬੰਦਿਆਂ ਦੇ ਨਾਮ ਵੀ ਇਹਨਾਂ ਨੇ ਲਏ ਨੇ ਜਿਨ੍ਹਾਂ ਨੇ ਆਡੀਓ ਵਾਇਰਲ ਕੀਤੀ ਹੈ ਕਿ ਇਹ ਬੰਦੇ ਸਾਨੂੰ ਮਾਰਨ ਨੂੰ ਫਿਰਦੇ ਸੀ, ਆਪਣੇ ਇਲਾਕੇ ਦੇ ਵਿੱਚ ਵੀ ਇਹਨਾਂ ਨੇ ਕਈ ਬੰਦੇ ਟਾਰਗੇਟ ਕੀਤੇ ਹੋਏ ਸੀ। ਸਰ, ਕੋਈ ਇੱਦਾਂ ਦੀ ਗੱਲ ਹੈ ਜੀ? ਨਹੀਂ, ਟਾਰਗੇਟ ਕਿਸ ਨੂੰ ਕੀਤਾ ਉਹ ਤਾਂ ਇਨਵੈਸਟੀਗੇਸ਼ਨ ਅਸੀਂ ਕਰ ਹੀ ਰਹੇ ਹਾਂ, ਕਿਉਂਕਿ ਵੈਪਨਸ ਇਹਨਾਂ ਦੇ ਕੋਲ ਹੈਗੇ, ਅਮਿਊਸ਼ਨ ਵੀ ਇਹਨਾਂ ਦੇ ਕੋਲ ਹੈ, ਤਾਂ ਕਿਉਂ ਲੈ ਕਰ ਆਏ हैं, ਉਹ ਅੱਗੇ ਟਾਰਗੇਟ ਕਿਸ ਨੂੰ ਕਰਨਾ ਸੀ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਜਿਸ ਤਰ੍ਹਾਂ ਪਿੰਦਰੀ ਕਹਿ ਰਿਹਾ ਕਿ ਸਰਪੰਚ ਇਹਨੂੰ ਕਿਹਾ ਹੁੰਦਾ, ਕੋਈ ਸਰਪੰਚ ਮੌਜੂਦਾ ਹੈ ਜਾਂ ਸਾਬਕਾ ਜੀ, ਕੋਈ ਪਤਾ ਲੱਗਿਆ ਜੀ? ਨਹੀਂ, ਇਹ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ, ਉਹ ਦੱਸ ਦਾਂਗੇ। ਤੇ ਸਰ, ਇਹਨਾਂ ਤੋਂ ਪਹਿਲਾਂ ਦੇ ਕਿੱਦਾਂ ਦੇ ਮੁਕੱਦਮੇ ਦਰਜ ਨੇ? ਪਹਿਲਾਂ ਵੀ ਇਹਨਾਂ ਦੇ ਅਗੇਂਸਟ ਕਾਫੀ ਜ਼ਿਆਦਾ ਮੁਕੱਦਮੇ ਹੈ, ਆਰਮਸ ਐਕਟ ਦੇ ਵੀ ਕੇਸਿਸ ਰਜਿਸਟਰਡ ਹੈ। ਜਿਹੜਾ ਆਕਾਸ਼ਦੀਪ ਹੈ ਉਹਦੇ ਅਗੇਂਸਟ ਇੱਕ ਮੁਕੱਦਮਾ ਨੰਬਰ 117 ਹੈ, ਉਹ ਥਾਣਾ ਮਲੌਦ ਦਾ ਹੈ, ਔਰ ਮੁਕੱਦਮਾ ਨੰਬਰ 48 ਹੈ, ਉਹ ਮਲੇਰਕੋਟਲੇ ਜ਼ਿਲ੍ਹੇ ਦਾ ਹੈ, ਥਾਣਾ ਅਮਰਗੜ੍ਹ ਦਾ। ਸਾਬਕਾ ਵਿਧਾਇਕ ਹਰਦਿਆਲ ਕੰਬੋਜ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪੁਲਿਸ ਜਾਂਚ ਵਿੱਚ ਸ਼ਾਮਿਲ ਹੋਏ ਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਉਹਨਾਂ ਨੂੰ ਮਾਣਯੋਗ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਅਤੇ ਅਦਾਲਤ ਵੱਲੋਂ ਵੀ ਪੁਲਿਸ ਜਾਂਚ ਵਿੱਚ ਸ਼ਾਮਿਲ ਹੋਣ ਦੇ ਹੁਕਮ ਦਿੱਤੇ ਗਏ ਸਨ, ਜਿਸ ਤੋਂ ਬਾਅਦ ਉਹ ਵਿਦੇਸ਼ ਤੋਂ ਭਾਰਤ ਪਰਤਦੇ ਹੀ ਪੁਲਿਸ ਜਾਂਚ ਵਿੱਚ ਸ਼ਾਮਿਲ ਹੋ ਗਏ। ਹਰਿਆਣਾ ਹਾਈ ਕੋਰਟ ਵੱਲੋਂ ਜੋ ਜ਼ਮਾਨਤ ਮਿਲੀ ਸੀ ਤੇ ਉਹਦੇ ਵਿੱਚ ਇਹ ਹੁਕਮ ਜਾਰੀ ਹੋਇਆ ਸੀ ਕਿ ਮੈਨੂੰ 15 ਦਿਨ ਦੇ ਅੰਦਰ ਅੰਦਰ ਮੈਂ ਤਫਤੀਸ਼ ਦੇ ਵਿੱਚ ਸ਼ਾਮਲ ਹੋਵਾਂ। ਮੈਂ ਅੱਜ ਹੀ ਲਗਭਗ 3:30-4 ਵਜੇ ਦਿੱਲੀ 에ਅਰਪੋਰਟ ਤੇ ਉਤਰਿਆ ਅਤੇ ਉਤਰਨ ਸਾਰ ਹੀ ਮੈਨੇ
SHO ਸਾਹਿਬ ਨੂੰ ਜੋ ਮੈਸੇਜ ਹੈ ਉਹ ਕਰਤਾ ਕਿ ਮੈਂ ਸਿੱਧਾ ਜਿਹੜਾ ਆ ਕੇ ਇਨਵੈਸਟੀਗੇਸ਼ਨ ਦੇ ਵਿੱਚ ਮੈਂ ਸ਼ਾਮਲ ਹੋਵਾਂਗਾ। ਮੈਂ ਹੁਣੇ ਆਇਆ ਤੇ ਚਲੋ ਕੋਈ ਹੋ ਸਕਦਾ ਉਹਨਾਂ ਨੂੰ ਕੋਈ ਕੰਮਕਾਰ ਹੋਵੇ ਕਿਉਂਕਿ ਹੁਣ ਤਾਂ ਮੈਂ ਜਿਹੜੀ ਆਪਣੀ ਹਾਜ਼ਰੀ ਹੈਗੀ ਆ ਉਹ ਸਿੱਧਾ ਮਤਲਬ ਕਿ ਦਿੱਲੀ ਤੋਂ ਆ ਕੇ ਜਿਹੜਾ ਇਹਨਾਂ ਦੇ ਕੋਲ ਮੈਂ ਆਇਆ ਤੇ ਬਾਕੀ ਜਿੱਦਾਂ ਮੈਨੂੰ ਕਹਿਣਗੇ ਕਿ ਜਦੋਂ ਸਮਾਂ ਦੇਣਗੇ ਕਿ ਤੁਸੀਂ ਤਫਤੀਸ਼ ਦੇ ਵਿੱਚ ਸ਼ਾਮਲ ਹੋ ਮੈਂ ਉਸੇ ਵਕਤ ਜਿਹੜਾ ਹੈਗਾ ਆ ਕੇ ਇੱਥੇ ਮੈਂ ਹਾਜ਼ਰ ਹੋ ਜਾਵਾਂ। ਕੰਬੋਜ ਸਾਹਿਬ ਕੀ ਕਹਿਣਾ ਚਾਹੋਗੇ ਕਿ ਵੀ ਸਿੱਧਾ ਐਲੀਗੇਸ਼ਨ ਤੁਹਾਡੇ ਤੇ ਲੱਗਿਆ? ਉਹ ਮੈਂ ਇਹਦੇ ਲਈ ਕੁਝ ਨਹੀਂ ਕਹਿਣਾ ਹੈਗਾ ਕਿਉਂਕਿ ਉਹ ਤਾਂ ਮਾਨਯੋਗ ਅਦਾਲਤ ਨੇ ਜੋ ਸਾਨੂੰ ਰਿਲੀਫ ਦਿੱਤਾ ਹੈਗਾ। ਮੈਂ ਪੂਰਾ ਕਾਨੂੰਨ ਤੇ ਮੈਨੂੰ ਪੂਰਾ ਭਰੋਸਾ ਹੁਣ ਵੀ ਹੋਇਆ, ਆਉਣ ਵਾਲੇ ਸਮੇਂ 'ਚ ਵੀ ਮੈਨੂੰ ਪੂਰੇ ਤੌਰ ਤੇ ਭਰੋਸਾ ਹੈ ਕਿ ਸਾਨੂੰ ਇਨਸਾਫ ਮਿਲੇਗਾ। ਗੁਰਦਾਸਪੁਰ ਦੇ ਹਲਕਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਸ਼ਾਹਪੁਰ ਜਾਜਨ ਵਿੱਚ ਕੇਂਦਰੀ ਸਹਿਕਾਰੀ ਬੈਂਕ ਦੀ ਬ੍ਰਾਂਚ ਨੂੰ ਚੋਰਾਂ ਵੱਲੋਂ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਘਟਨਾ ਉੱਤੇ ਲੱਗੇ CCTV ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਜਦੋਂ ਉਹ ਬੈਂਕ ਦਾ ਕਰਜ਼ ਦਰਜਾ 4 ਮੁਲਾਜ਼ਮ ਅਸ਼ੋਕ ਮਸੀਹੀ ਬੈਂਕ ਦਾ ਮੇਨ ਗੇਟ ਖੋਲ੍ਹਣ ਪਹੁੰਚਿਆ ਤਾਂ ਬੈਂਕ ਦਾ ਮੇਨ ਗੇਟ ਖੁੱਲ੍ਹ ਨਹੀਂ ਸੀ ਰਿਹਾ ਤੇ ਉਹਨਾਂ ਕਿਹਾ ਕਿ ਗੇਟ ਦੇ ਅੱਗੇ ਚੋਰਾਂ ਵੱਲੋਂ ਇੱਕ ਭਾਰੀ ਠੋਸ ਸਮਾਨ ਰੱਖਿਆ ਗਿਆ ਸੀ, ਜਿਸ ਦੀ ਵਜ੍ਹਾ ਨਾਲ ਗੇਟ ਨਹੀਂ ਸੀ ਖੁੱਲ੍ਹ ਰਿਹਾ। ਵਿੱਚ ਕੋਈ ਚੋਰੀ ਦੀ ਘਟਨਾ ਜਾਂ ਕੋਈ ਤੋੜ-ਫੋੜ ਕੀਤੀ ਗਈ ਹੈ, ਕੀ ਹੈ? ਹਾਂਜੀ, ਸੋਮਵਾਰ ਦੀ ਸਵੇਰ ਨੂੰ 9:45 ਵਜੇ ਜਦੋਂ ਆਪਾਂ ਬੈਂਕ ਆ ਕੇ ਖੋਲ੍ਹਿਆ ਤਾਂ ਦੇਖਿਆ ਕਿ ਮੈਨੇਜਰ ਕੈਬਿਨ ਦੇ ਸ਼ੀਸ਼ੇ ਤੇ ਗ੍ਰਿਲ ਤੋੜ ਕੇ ਕੁਝ ਨਾਮਾਲੂਮ ਵਿਅਕਤੀ ਅੰਦਰ ਦਾਖਲ ਹੋਏ ਨੇ, ਜਿਨ੍ਹਾਂ ਵੱਲੋਂ ਸਟਰੋਂਗ ਰੂਮ ਤੇ ਅਲਮਾਰੀਆਂ ਦੀ ਕਾਫੀ ਭੰਨ-ਤੋੜ ਕੀਤੀ ਗਈ ਸੀ। ਕੋਈ ਨੁਕਸਾਨ? ਸਿਰਫ ਸਟਰੋਂਗ ਰੂਮ ਦੇ ਹੈਂਡਲ ਵਗੈਰਾ ਤੋੜੇ ਨੇ ਜਾਂ CCTV ਕੈਮਰੇ ਤੋੜ ਗਏ ਜਾਣ ਲੱਗੇ। ਕੈਸ਼ ਵਗੈਰਾ? ਕੈਸ਼ ਦਾ ਕੋਈ ਨੁਕਸਾਨ ਨਹੀਂ, ਜਾਂ ਕਿਸੇ ਫਾਈਲ ਦਾ ਨੁਕਸਾਨ ਹੈ ਨਾ ਹੀ ਕੈਸ਼ ਦਾ ਨੁਕਸਾਨ ਹੈ। ਚੋਰ ਕਿੱਧਰ ਦੀ ਦਾਖਲ ਹੋਏ? ਮੈਨੇਜਰ ਕੈਬਿਨ ਦੀ ਬੈਕ ਸਾਈਡ ਤੋਂ। ਕੋਈ ਇਹਦੇ ਸੰਬੰਧ ਵਿੱਚ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੀ? ਹਾਂਜੀ, ਬਿਲਕੁਲ, ਪੁਲਿਸ ਨੂੰ ਡੇਰਾ ਬਾਬਾ ਨਾਨਕ SHO ਸਾਹਿਬ ਨੂੰ ਸੂਚਿਤ ਕਰ ਦਿੱਤਾ ਗਿਆ। FIR ਦਰਜ। ਕੀ ਕਾਰਵਾਈ ਕੀਤੀ ਗਈ ਉਹਨਾਂ ਨੂੰ? ਫੋਰੈਂਸਿਕ ਲੈਬ ਵਾਲੇ ਆ ਕੇ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਬਟ ਨਿਸ਼ਾਨ ਨਹੀਂ ਕੋਈ ਮਿਲ ਸਕੇ ਉਹਨਾਂ ਨੂੰ। ਤੇ ਸਰ ਪਿਛਲੇ 3 ਦਿਨ ਦੀ ਘਟਨਾ, ਤੁਸੀਂ ਮੀਡੀਆ ਤੋਂ ਦੂਰੀ ਬਣਾ ਕੇ ਕੀ ਕਾਰਨ ਸੀ ਇਹਦਾ? ਨਹੀਂ, ਮੀਡੀਆ ਤੋਂ ਦੂਰੀ ਐਕਚੁਅਲੀ ਅਸੀਂ ਪੁਲਿਸ ਦੇ ਕਾਰਵਾਈ ਦੇ ਵਿੱਚ ਜ਼ਿਆਦਾ ਬਿਜ਼ੀ ਰਹਿਣ ਕਰਕੇ ਹੋ ਗਿਆ, ਕਿਉਂਕਿ ਅਸੀਂ ਆਉਂਦੇ ਹੀ ਪਹਿਲਾਂ ਉਹਨਾਂ ਨੂੰ SHO ਡੇਰਾ ਬਾਬਾ ਨਾਨਕ ਨੂੰ ਸੂਚਿਤ ਕਰ ਦਿੱਤਾ ਸੀ ਸਵੇਰੇ ਲਗਭਗ 10 ਵਜੇ ਦੇ ਕਰੀਬ। ਲਗਭਗ ਕਿੰਨੇ ਕੁ ਦਾ ਨੁਕਸਾਨ ਹੋ ਗਿਆ? ਲਗਭਗ 2 ਲੱਖ ਰੁਪਏ ਦਾ। ਲੁਧਿਆਣਾ 'ਚ ਨਾਬਾਲਿਗਾ ਦਾ ਇੱਕ ਨੌਜਵਾਨ ਵੱਲੋਂ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮ ਨੇ ਨਾਬਾਲਗ ਨੂੰ ਕਿਹਾ ਕਿ ਜੇਕਰ ਉਸਨੇ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਉਹ ਮਾਰ ਦੇਵੇਗਾ। ਨਾਬਾਲਗ ਰਘੁਨਾਥ ਐਨਕਲੇਵ ਦੀ ਇੱਕ ਕੋਠੀ ਵਿੱਚ ਸਫਾਈ ਸੇਵਕ ਦਾ ਕੰਮ ਕਰਦੀ ਸੀ, ਜਿਸ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ ਤਾਂ ਉਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਪਰ ਪੁਲਿਸ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ। ਕੀ ਨੰਬਰ FIR 29/1/23 ਨੂੰ ਦਰਜ ਰਜਿਸਟਰ ਹੋਈ ਹੈ। ਕੋਈ ਇਨਫੋਰਮੇਸ਼ਨ ਆਈ ਸੀ, ਇਨਫੋਰਮੇਸ਼ਨ ਦੇ ਮੁਤਾਬਕ ਉਹਦੇ ਵਿੱਚ 376 ਦੇ ਰਿਗਾਰਡਿੰਗ ਸਟੇਟਮੈਂਟ ਦਰਜ ਕਰਕੇ ਤੇ FIR ਦਰਜ ਕੀਤੀ ਗਈ ਹੈ। ਉਸ ਦੇ ਅਕਿਊਜ਼ ਨੂੰ ਵੀ ਅਰੈਸਟ ਕੀਤਾ ਜਾ ਚੁੱਕਾ ਹੈ। ਜਿਹੜੀ ਉਹਦੀ ਬਾਕੀ ਲੀਗਲ ਪ੍ਰੋਸੀਡਿੰਗ ਹੈਗੀ ਉਹ ਚੱਲ ਰਹੀ ਹੈ ਤੇ ਲਾਅ ਦੇ ਮੁਤਾਬਕ ਜੋ ਉਹਦੇ ਖਿਲਾਫ ਹੋਰ ਹੋਏਗਾ ਉਹ ਕਾਰਵਾਈ। ਇਹ ਲੜਕੀ ਕੰਮ ਕਰਦੀ ਸੀ ਕਿਸੇ ਦੇ ਘਰੇ, ਕੰਮ ਕਰਦੀ ਕਰਕੇ ਉਹ ਆਪਣੇ ਘਰੇ ਸੀਗੀ ਤਾਂ ਉਹਨੂੰ ਕਹਿੰਦੇ ਵੀ ਤੇਰੀ ਮਾਸੀ ਬਿਮਾਰ ਹੈ ਜਾਂ ਕਿਸ ਤਰ੍ਹਾਂ ਕੋਈ ਆਨੇ ਬਹਾਨੇ ਨਾਲ ਉਹਨੂੰ ਲੜਕਾ ਲੈ ਕੇ ਗਿਆ ਸੀਗਾ, ਜਿਸ ਕਰਕੇ ਉਹ ਇਸ ਸਰਕਮਸਟੈਂਸ 'ਚ ਫਸੇ। ਕਿੱਥੇ ਲੈ ਕੇ ਗਈ ਸੀ? ਬਾੜੇਵਾਲ ਵਾਣਾ ਸ਼ਮਸ਼ਾਨ ਘਾਟ ਦਾ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਵੀ ਬਾੜੇਵਾਲ ਵਾਣਾ ਸ਼ਮਸ਼ਾਨ ਘਾਟ ਚੱਲ ਰਹੀ ਹੈ। ਲਾਅ ਦੇ ਮੁਤਾਬਕ ਉਹਦਾ ਜੋ ਵੀ ਉਹਨਾਂ ਦਾ ਪ੍ਰੋਸੈਸ ਹੈਗਾ ਅਕੋਰਡਿੰਗ ਟੂ ਲਾਅ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਪੁਰਾਣੇ ਬਾਜ਼ਾਰ ਸਥਿਤ ਸਰਕਾਰੀ ਸਕੂਲ ਵਿੱਚ ਰੱਖੇ ਗਏ ਸਮਾਗਮ ਦੌਰਾਨ ਪਹੁੰਚੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਮੈਨੇਜਮੈਂਟ ਨੂੰ ਭਰੋਸਾ ਦਿੱਤਾ ਕਿ ਸਕੂਲ ਦੀ ਨੁਹਾਰ ਜਲਦ ਹੀ ਬਦਲ ਜਾਵੇਗੀ। ਦੇਖੋ, ਮੈਂ ਤਾਂ ਪਹਿਲਾਂ ਤੁਹਾਨੂੰ ਮੰਚ ਤੋਂ ਵੀ ਦੱਸ ਕੇ ਆਇਆ, ਹੁਣ ਤੁਹਾਡੇ ਰਾਹੀਂ ਵੀ ਦੱਸਣਾ ਚਾਹੁੰਦਾ, ਜਦੋਂ ਬੰਦੇ ਦੀ ਨੀਅਤ ਹੋਵੇ ਨਾ ਕੰਮ ਕਰਨ ਦੀ, ਫਿਰ ਕੰਮ ਕੋਈ ਔਖਾ ਨਹੀਂ ਹੁੰਦਾ। ਜਦੋਂ ਬੰਦੇ ਨੇ ਅੱਖਾਂ ਬੰਦ ਕਰ ਲੈਣੀਆਂ ਕੰਮ ਦੇਖ ਕੇ, ਫਿਰ ਕੰਮ ਵੀ ਨਹੀਂ ਹੁੰਦਾ ਉਹ। ਇਸ ਕਰਕੇ ਕੰਮ ਕਰਨਾ, ਇਹ ਬੋਬੀ ਜੈਨ ਤੇ ਇਹਨਾਂ ਦੀ ਸਮੁੱਚੀ ਜਿੰਨੇ ਇਸ ਹਲਕੇ ਦੇ ਲੋਕ ਨੇ ਔਰ ਇਸ ਬਾੜ ਦਾ ਜਿਹੜਾ ਸਾਡਾ ਕੌਂਸਲਰ ਛੋਟਾ ਵੀਰ ਅਨਿਲ ਮਲਹੋਤਰਾ, ਸਾਡੀ ਵੱਡੀ ਭਾਬੀ ਸ਼ਰਮਾ ਜੀ, ਇਹ ਸਾਰੇ ਪਰਿਵਾਰ ਜਿਹੜੇ ਨੇ ਇਹ ਸਮਾਜ ਸੇਵਾ ਵਾਲੇ ਪਰਿਵਾਰ ਨੇ। ਹੁਣ ਸਮਾਜ ਸੇਵਾ ਪਾਰਟੀ ਕੋਈ ਵੀ ਕਿਸੇ ਦੇ ਨਾਲ ਜੁੜਿਆ ਹੋਵੇ, ਪਾਰਟੀ ਦਾ ਮਸਲਾ ਨਹੀਂਗਾ,
ਗੱਲ ਤਾਂ ਇਹ ਵੀ ਬੰਦੇ ਦਾ ਮਨ ਕੰਮ ਕਰਨ ਵਾਲਾ ਹੋਣਾ ਚਾਹੀਦਾ। ਇਹ ਇੱਥੇ ਹੀ ਤੁਹਾਨੂੰ ਸਕੂਲ ਬਣਾ ਕੇ ਦਿਖਾਉਣਾ ਵਧੀਆ, ਇੱਥੇ ਹੀ ਕਮਰੇ ਬਣੂਗੇ। ਇਹੀ ਬੱਕਰ ਬੋਰਡ ਦੀ ਜਿਹੜੀ ਜਗ੍ਹਾ ਵਾ ਕਹਿੰਦੇ ਤੁਸੀਂ, ਇਹ ਸਾਡੀ ਉਹ ਜਗ੍ਹਾ ਵਾ। ਬੱਕਰ ਬੋਰਡ ਸਾਡਾ ਹੀ ਆ, ਆਪਣੇ ਲੋਕਾਂ ਦਾ ਹੀ ਆ ਬੱਕਰ ਬੋਰਡ। ਇਹ ਬੱਕਰ ਬੋਰਡ ਕੋਈ ਪਾਕਿਸਤਾਨੋਂ ਥੋੜਾ ਆਇਆ ਹੋਇਆ, ਇਹ ਇੱਥੇ ਦਾ ਹਿੰਦੁਸਤਾਨ ਦੀ ਧਰਤੀ ਦਾ ਵਾ। ਇੱਥੇ ਹੀ ਕਰਾਂਗੇ ਔਰ ਸਾਰਾ ਕੰਮ ਕਰਕੇ ਦਿਖਾਵਾਂਗੇ। ਤਰੀਕੇ ਦੇ ਨਾਲ ਕਿੰਨਵੀਂ ਤੱਕ ਇਹ ਸਕੂਲ ਨੂੰ ਅਪਗ੍ਰੇਡ ਕੀਤਾ ਜਾਊਗਾ? ਦੇਖੋ ਜਗ੍ਹਾ ਦੇ ਹਿਸਾਬ ਨਾਲ ਜੋ ਇੱਥੇ ਜਗ੍ਹਾ ਦੀ, ਕਿਉਂਕਿ ਹਰ ਸਕੂਲ ਨੂੰ ਵੱਡਾ ਕਰ ਲਈ ਉਹਦੇ ਬੱਚਿਆਂ ਦੇ ਜਿੰਨੀ ਜਗ੍ਹਾ ਇੱਥੇ ਵਰਤੋਂ ਦੇ ਵਿੱਚ ਆਊਗੀ ਉਸ ਹਿਸਾਬ ਨਾਲ ਹੀ ਸਕੂਲ, ਕਿਉਂਕਿ ਮੈਂ ਪਹਿਲਾਂ ਸਕੂਲ ਵੀ 2-3 ਹੁਣ ਬਣਨ ਵਾਲੇ ਔਰ ਓਪਨਿੰਗ ਕਰਨ ਜਾ ਰਿਹਾ ਵਾਂ 2-3 ਸਕੂਲਾਂ ਦੀ। ਇੱਕ ਸਮਾਰਟ ਸਕੂਲ 5 ਕਰੋੜ ਰੁਪਈਆ ਲਾ ਕੇ ਹਲਕਾ ਸੈਂਟਰ ਦੇ ਅੰਦਰ ਨਵਾਂ ਬਣਾਉਣਾ ਵਾ। ਉਹ 16 ਕੁੱਚੇ ਮੇਰਾ ਮਨ ਆ ਵੀ 16 ਕੁੱਚੇ ਜਗ੍ਹਾ ਪਈ ਆ ਉੱਥੇ, ਉਹਦੇ ਉੱਤੇ ਸਮਾਰਟ ਸਕੂਲ ਬਣਾ। ਹਾਂਜੀ ਸਰ, ਤੁਹਾਡਾ ਨਾਮ ਦਾ? ਨੀਰਜ ਜੈਨ, ਮੈਂ ਜ਼ੋਨਲ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਜ਼ੋਨ 8 ਤੋਂ ਹਾਂ ਜੀ। ਅੱਜ ਰਜੇਸ਼ ਜੈਨ ਬੌਬੀ ਜੋ ਨਿਊ ਯੰਗ ਸਟਾਰ 5 ਕਲੱਬ ਹੈਗਾ ਵਾ, ਉਹਨਾਂ ਨੇ ਅੱਜ ਸਪੈਸ਼ਲ ਇਸ ਬਹੁਤ ਅੱਛੇ ਸਕੂਲ ਦੇ ਵਿੱਚ ਸਮ ਫੰਕਸ਼ਨ ਦੇ ਵਿੱਚ ਬੁਲਾਇਆ ਵਾ। ਅੱਜ ਆਚਾਰਿਆ ਸਮਰਾਟ ਸ਼੍ਰੀ ਆਤਮਾ ਰਾਮ ਜੀ ਦੀ ਪੁੰਨਿਆ ਤਿਥੀ ਦੇ ਵਿੱਚ ਸੀਗੇ ਤੇ ਅੱਜ ਜਿਹੜਾ ਇਹ ਸੰਸਥਾ ਕੰਮ ਕਰ ਰਹੀ ਆ ਹਰ ਚੀਜ਼ ਵਾਸਤੇ ਜੋ ਇਹਨਾਂ ਨੇ ਦੱਸਿਆ ਵਾ ਬਹੁਤ ਅੱਛਾ ਲੱਗਿਆ। ਪਰ ਮੈਂ ਬੀਇੰਗ ਏ ਜੈਨ ਫੈਮਿਲੀ ਨੂੰ ਬਿਲੋਂਗ ਕਰਦਾ ਵਾਂ ਤੇ ਆਚਾਰਿਆ ਸਮਰਾਟ ਜੀ ਨਾਲ ਮੇਰੇ ਫਾਦਰ ਦੇ ਆਪ ਗੁਰੂ ਸੀਗੇ ਤੇ ਇਸ ਲਈ ਮੈਂ ਜੋ ਇਹ ਕੰਮ ਕਰ ਰਹੇ ਨੇ ਬਹੁਤ ਵਧੀਆ ਵਾ, ਕਿਉਂਕਿ ਆਚਾਰਿਆ ਸਮਰਾਟ ਸ਼੍ਰੀ ਆਤਮਾ ਰਾਮ ਜੀ ਦੀ ਵੀ ਮੇਨ ਸਿੱਖਿਆ ਸੀ ਜੋ ਬੱਚਿਆਂ ਨੂੰ ਆਪਾਂ ਕਰ ਸਕਦੇ ਹਾਂ, ਕਿਉਂਕਿ ਸਹੀ ਰਾਹ ਚਲਾਉਣ ਵਾਸਤੇ ਆਪਾਂ ਨੂੰ ਸਿੱਖਿਆ ਦੀ ਜ਼ਰੂਰਤ ਹੈਗੀ ਆ, ਜੋ ਇਹ ਸੰਸਥਾ ਸਿੱਖਿਆ ਬੱਚਿਆਂ ਨੂੰ ਦੇ ਰਹੀ ਹੈ। ਇਸ ਲਈ ਮੈਂ ਇਹਨਾਂ ਦਾ ਕਲੱਬ ਦਾ ਵੀ, ਬੌਬੀਜ਼ ਦਾ, ਸੰਸਥਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਂ, ਬਹੁਤ ਹੀ ਖੁਸ਼ੀ ਪ੍ਰਗਟ ਕਰਦਾ ਹਾਂ। ਸਰ ਜੈਨ ਸਾਹਿਬ ਕਹਿੰਦੇ ਵੀ ਜਿਹੜਾ ਘੰਟਾਘਰ ਦਾ ਨਾਮ ਜੈਨ ਤੇ ਕਹਿੰਦੇ ਹਸਪੀਟਲ ਦਾ ਨਾਮ, ਉਹ ਕਿੱਦਾਂ ਲਿਖਿਆ ਜਾਏ? ਇਹ ਜੀ ਆਲਰੇਡੀ ਹੈਗਾ। ਲੱਖਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਗੇ ਤੇ ਕੇਂਦਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ, ਐਮਐਸਪੀ, ਬਿਜਲੀ ਬਿੱਲ, ਲਖੀਮਪੁਰ ਖੇੜੀ ਵਿੱਚ ਫਸਲ ਬੀਮਾ ਯੋਜਨਾ, ਸਾਰੇ ਮੁੱਦਿਆਂ ਤੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ ਲੈ ਕੇ ਵੀ ਉਮੀਦਾਂ ਜਤਾਈਆਂ ਜਾ ਰਹੀਆਂ ਹਨ। ਐਸਕੇਐਮ ਵੱਲੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਲੁਧਿਆਣਾ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ, ਜਿਹਦੇ ਵਿੱਚ ਫੈਸਲਾ ਕੀਤਾ ਗਿਆ 15 ਤਰੀਕ ਤੋਂ 22 ਤਰੀਕ ਦੇ ਵਿੱਚ ਐਸਕੇਐਮ ਜਿਹੜੀ ਭਾਰਤ ਦੇ ਨਾਲ ਮੀਟਿੰਗ ਹੋਣੀ ਆ, ਦਿੱਲੀ ਵੱਲ ਨੂੰ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ, ਜਿਹੜਾ ਸਾਰੇ ਦੇਸ਼ ਦੇ ਕਿਸਾਨ ਸਮੇਤ ਪੰਜਾਬ ਦੇ ਵਿੱਚੋਂ ਲੱਖਾਂ ਕਿਸਾਨ ਅਸੀਂ ਇੱਕ ਦਿਨ ਪਹਿਲਾਂ ਦਿੱਲੀ ਨੂੰ ਜਾਵਾਂਗੇ ਤੇ ਉੱਥੇ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਰਾਮਲੀਲਾ ਗਰਾਊਂਡ ਮਿਲ ਜਾਵੇ, ਕੋਈ ਪਰੇਡ ਗਰਾਊਂਡ ਮਿਲ ਜਾਵੇ, ਰਾਜਘਾਟ ਤੇ ਸਾਨੂੰ ਕੋਈ ਜਗ੍ਹਾ, ਵੱਡੀ ਜਗ੍ਹਾ ਦਿੱਤੀ ਜਾਵੇ ਜਿੱਥੇ ਸਾਡੇ ਲੱਖਾਂ ਕਿਸਾਨ ਬੈਠ ਸਕਣ ਤੇ ਅਸੀਂ ਉੱਥੇ ਆਪਦੀ ਜਿਹੜੀ ਆ ਉਹ ਮਹਾਂ ਪੰਚਾਇਤ ਕਰਾਂਗੇ। ਉਹ ਮੰਗਾਂ ਜਿਹੜੀਆਂ ਸਾਡੀਆਂ ਬਕਾਇਆ ਉਹਦੇ ਲਈ ਅਸੀਂ ਇਹ ਕਰਨ ਜਾ ਰਹੇ ਹਾਂ। ਮੇਨ 15 ਤਰੀਕ ਤੋਂ 22 ਤਰੀਕ ਤੱਕ ਡੇਟ ਜਿਹੜੀ ਆ ਸਾਨੂੰ ਐਸਕੇਐਮ ਜਿਹੜੀ ਦਿੱਲੀ ਵਾਲੇ ਸਾਡੀ ਟੋਟਲ ਜਿਹੜੀ ਕਮੇਟੀ ਆ ਇੰਡੀਆ ਦੀ ਉਹ ਦਊਗੀ, ਦੱਸੂਗੀ ਜਿਹੜੀ ਡੇਟ ਫਾਈਨਲ ਹੋਊ ਉਹਦੇ 'ਚ ਅਸੀਂ ਜਾਵਾਂਗੇ। ਉਹਦੇ 'ਚ ਮੁੱਖ ਮੰਗਾਂ ਜਿਹੜੀਆਂ ਸਾਡੀਆਂ ਪੈਂਡਿੰਗ ਨੇ, ਉਹਦੇ 'ਚ ਜਿਹੜੀ ਐਮਐਸਪੀ, ਅਸੀਂ ਜਿਹੜਾ 3 ਕਾਲੇ ਕਾਨੂੰਨ ਤਾਂ ਵਾਪਸ ਕਰਵਾਇਆ ਸੀ, ਪਰ ਸਰਕਾਰ ਨੇ ਕਹਿਤਾ ਸੀ ਵੀ ਐਮਐਸਪੀ ਵੀ ਤੁਹਾਨੂੰ ਜਲਦੀ ਦੇਵਾਂਗੇ, ਪਰ ਉਹ ਐਮਐਸਪੀ ਦੀ ਕੋਈ ਮੀਟਿੰਗ ਨਹੀਂ ਹੋਈ। ਕਮੇਟੀ ਵੀ ਇਹਨਾਂ ਨੇ ਸਰਕਾਰੀ ਬਣਾ ਲਈ ਆ ਤੇ ਉਹ ਐਮਐਸਪੀ ਦੇ ਲਈ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਵੀ ਸਵਾਮੀਨਾਥਨ ਮੁਤਾਬਕ ਸਾਨੂੰ ਜਿਹੜੀ ਐਮਐਸਪੀ ਉਹ ਦਿੱਤੀ ਜਾਵੇ, ਕਿਉਂਕਿ ਜਿਹੜਾ ਕਣਕ ਦਾ ਰੇਟ ਆ 2100 ਕੁਛ ਰੁਪਏ ਇਹਨਾਂ ਨੇ ਕੀਤਾ ਤੇ ਕਣਕ 2800 ਰੁਪਏ ਵਿਕ ਰਹੀ ਆ। ਉਹ 3000 ਤੋਂ ਉੱਪਰ ਸਾਡੀ ਜਿਹੜੀ ਰੇਟ ਕਣਕ ਦਾ ਬਣਦਾ ਤੇ 4000 ਪਾਕਿਸਤਾਨ 'ਚ ਕਣਕ ਦਾ ਰੇਟ ਮਿਲ ਰਿਹਾ। ਉਹ ਬਾਰਡਰ ਭਾਵੇਂ ਖੋਲ੍ਹ ਦਿੱਤੇ ਜਾਣ, ਅਸੀਂ ਉੱਥੇ ਵੇਚ ਲਈਏ। ਦੂਸਰੀ ਜਿਹੜੀ ਸਾਡੀ ਗੱਲ ਆ ਲਖਮੀਰਪੁਰ ਖੀਰੀ ਦਾ, ਇਹਨਾਂ ਨੇ ਜ਼ਮਾਨਤ ਵੀ ਆਸ਼ੀਸ਼ ਮਿਸ਼ਰਾ ਨੂੰ ਦੇ ਦਿੱਤੀ ਆ। ਅਸੀਂ ਤਾਂ ਸਗੋਂ ਮੰਗ ਕਰਦੇ ਸੀ ਵੀ ਅਜੇ ਮਿਸ਼ਰਾ ਟੈਣੀ ਜਿਹੜਾ ਬਾਹਰ ਫਿਰਦਾ, ਜਿਹੜਾ ਉਹਦਾ ਫਾਦਰ ਆ, ਉਹਨੂੰ ਉਵੇਂ ਵਜ਼ਾਰਤ ਦੇ ਵਿੱਚੋਂ ਬਾਹਰ ਕੱਢ ਕੇ ਤਾਂ ਸਾਨੂੰ ਇਨਸਾਫ ਉਹ 'ਚ ਨਹੀਂ ਮਿਲਿਆ। ਜਿਹੜੇ 4.5 ਕਿਸਾਨ ਜਿਹੜੇ ਉੱਥੇ ਨਜਾਇਜ਼ ਫੜੇ ਹੋਏ ਆ, ਫੌਰੀ ਤੌਰ 'ਤੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ, ਰਿਹਾ ਤਾਂ ਕਰ ਦਿੱਤੇ ਪਰ ਕੇਸ ਵਾਪਸ ਲੈਣੇ ਚਾਹੀਦੇ ਆ। ਦੂਸਰਾ ਕਰਜ਼ਾ ਮਾਫੀ, ਕਿਉਂਕਿ ਸਾਡਾ ਜਿਹੜਾ ਕਰਜ਼ਾ ਸਾਡੇ 'ਤੇ ਬਣਦਾ ਨਹੀਂ, ਸਾਨੂੰ ਭਾਅ ਜਿਹੜੇ ਨੇ ਘੱਟ ਮਿਲੇ ਆ ਫਸਲਾਂ ਦੇ, ਉਹਦੇ ਲਈ ਸਮੁੱਚਾ ਜਿਹੜਾ ਕਰਜ਼ੇ 'ਤੇ ਲਕੀਰ ਮਾਰੀ ਜਾਵੇ। ਅਤੇ ਇਹ ਤੀਸਰਾ ਜਿਹੜਾ ਹੈਗਾ ਸਾਡੇ ਕੋਲ ਪੈਨਸ਼ਨ, ਕਿਸਾਨਾਂ ਨੂੰ 10,000 ਰੁਪਈਆ 60 ਸਾਲ ਤੋਂ ਉੱਪਰ ਜਦ ਅਸੀਂ ਹੋ ਜਾਂਦੇ ਹਾਂ, ਕਿਉਂਕਿ ਅਸੀਂ ਨੇਸ਼ਨ ਲਈ ਕੰਮ ਕਰਦੇ ਹਾਂ। ਸਾਡੇ ਬਜ਼ੁਰਗ 60 ਸਾਲ ਤੋਂ ਉੱਪਰ ਮਾਈਆਂ ਅਤੇ ਬਾਬੀ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ 10,000 ਰੁਪਈਆ ਬਿਜਲੀ ਬਿੱਲ ਵੀ ਪੈਨਸ਼ਨ। ਇੱਕ ਬਿਜਲੀ ਜਿਹੜਾ ਬਿੱਲ ਸੀਗਾ ਉਹ ਵੀ ਇਹਨਾਂ ਨੇ ਉਹ ਜਿਉਂ ਦਾ ਤਿਉਂ ਕਾਇਮ ਰੱਖਿਆ ਹੋਇਆ, ਉਹਨੂੰ ਵੀ ਜਿਵੇਂ ਸਾਡੇ ਨਾਲ ਵਾਅਦਾ ਹੋਇਆ ਸੀ ਉਹ ਵਾਪਸ ਲਿਆ ਜਾਵੇ। ਫਸਲੀ ਬੀਮਾ ਯੋਜਨਾ
ਉਹ ਵੀ ਸਰਕਾਰ ਆਪਦੇ ਪੈਸਿਆਂ ਤੇ ਕਰੇ, ਕਿਉਂਕਿ ਸਾਡਾ ਕਦੇ ਗੜੇਮਾਰੀ ਨਾ, ਕਦੇ ਅੱਗ ਲੱਗਣ ਨਾ, ਇਸ ਤਰ੍ਹਾਂ ਕੁਦਰਤੀ ਆਫਤਾਂ ਨਾਲ ਨੁਕਸਾਨ ਹੋ ਜਾਂਦਾ, ਉਹਦੀ ਵੀ ਨੀਤੀ ਇਹਨਾਂ ਨੂੰ ਬਣਾ ਕੇ ਸਾਡੇ ਨਾਲ ਫਸਲੀ ਬੀਮਾ ਵੀ ਸਰਕਾਰ ਕਰਵਾਵੇ। ਜਿੱਥੇ ਇੱਕ ਪਾਸੇ ਪੂਰੇ ਪੰਜਾਬ ਵਿੱਚ ਅੱਜ ਦਾ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਰੁਖ ਕਰ ਰਿਹਾ ਹੈ, ਇਹ ਸੋਚ ਰਿਹਾ ਹੈ ਕਿ ਹੁਣ ਪੰਜਾਬ ਵਿੱਚ ਨਾ ਤਾਂ ਕੁਝ ਬਚਿਆ ਤੇ ਨਾ ਹੀ ਰੁਜ਼ਗਾਰ ਹੈ ਤੇ ਨਾ ਹੀ ਚੰਗਾ ਭਵਿੱਖ। ਉਸ ਵਿੱਚ ਬ੍ਰਹਮਜੋਤ ਕੌਰ ਇੱਕ ਮਿਸਾਲ ਹੈ, ਉਹ ਕਿ ਜੇਕਰ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਜਾਵੇ ਤਾਂ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਮੇਰਾ ਨਾਮ ਹੈ ਬ੍ਰਹਮਜੋਤ ਕੌਰ। Okay, so I'm born in Kolkata, and after few years we were shifted in Punjab. पंजाब ਵਿੱਚ ਆ ਕੇ मैंने अपनी स्कूलिंग की है 10th स्टैंडर्ड, एंड आफ्टर दैट +2 ਕਰਨ ਤੋਂ ਬਾਅਦ मैं पटियाला शिफ्ट हो गई सी, महिंद्रा कॉलेज पटियाला, एंड ਉੱਥੋਂ मैंने BA डिग्री की एंड मैं लॉ कर रही हूँ। देखो जो अग्निवीर आई सी, there was a lot of protest among the candidates and the youngsters. They were trying to withdraw the scheme, but apart from that, that all political agenda, apart from that all, what I felt that there was an opportunity for me, not only for me but also for other candidates who appeared for the rally. So that opportunity, it is upon us that how we are looking into the scheme. There are, of course, there are pros and cons of any new scheme that is introduced in the country, but government is trying, and it's trying its best to provide further opportunities after 4 years. What is important here is that not what will happen after 4 years, but yes, of course, what is going to happen in these 4 years. तो ये 4 साल ਆਪਾਂ ਨੇ ਇੱਦਾਂ ਦੇਖਣੇ ਆ ਕਿ ਆਪਾਂ ਆਪਣੇ ਆਪ ਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ। ਐਜ਼ ਆਈ ਹੈਵ ਅ ਡੀਪ ਨੌਲੇਜ ਅਬਾਊਟ ਦ ਆਰਮਡ ਫੋਰਸਿਸ, ਆਈ ਐਮ ਫਰੋਮ NCC एयर विंग, आई हैव डन C सर्टिफिकेट, तो मैंने काफ़ी नॉलेज है इस बारे। एंड वॉट आर्मी इज़ डिमांडिंग इज़ नॉट, it's not providing jobs, first of all. It's not a job providing organization, but yes, it is a voluntary organization. कोई भी आंदा है आर्मी विच, वो अपनी मर्जी नाल आंदा है, ਤੇ ਜੋ ਹੀ ਸਿਲੈਕਟਡ ਹੋਇਆ ਉਹ ਆਪਣੀ ਮਰਜ਼ੀ ਨਾਲ, ਆਪਣੀ ਡੈਡੀਕੇਸ਼ਨ ਨਾਲ ਸਿਲੈਕਟ ਹੋਏ ਨੇ। ਉਹਨਾਂ ਲਈ ਇਹ ਓਪਰਚੁਨਿਟੀ ਹੈਗੀ ਹੈ ਕਿ ਉਹ 4 ਸਾਲ ਵਿੱਚ ਆਪਣੀ ਇੱਕ ਪਰਸਨੈਲਿਟੀ ਬਣਾਉਣ। ਦੇ ਹੈਵ ਦ ਓਪਰਚੁਨਿਟੀ ਟੂ ਕ੍ਰੀਏਟ ਅ ਲਾਈਫ ਸਟਾਈਲ ਦੈਟ ਦ ਆਰਮੀ ਇਜ਼ ਪ੍ਰੋਵਾਈਡਿੰਗ ਦੈਮ। ਤਾਂ ਜੋ 4 ਸਾਲ ਤੋਂ ਬਾਅਦ ਓਪਰਚੁਨਿਟੀਜ਼ ਆਉਣੀਆਂ, ਉਹ ਇੰਨੀਆਂ ਓਪਰਚੁਨਿਟੀਜ਼ ਹੋਣਗੀਆਂ ਕਿ ਉਹ ਬੰਦਾ ਸੋਚ ਵੀ ਨਹੀਂ ਸਕਦਾ। So that candidate need not focus what will happen after that, but he needs to focus how he is going to change himself and how he is going to progress in these 4 years. That is more important. ਪਹਿਲਾਂ ਤਾਂ ਮੈਂ ਬਹੁਤ ਹੀ ਖੁਸ਼ ਹਾਂ ਵੀ ਬੱਚੇ ਸਿਲੈਕਟ ਹੋਈ ਹੈਗੀ, ਤੇ ਬਸ ਇੰਨਾ ਹੀ ਕਹਿਣਾ ਚਾਹੂੰਗੀ ਕਿ ਬਾਹਰ ਹੀ ਹਮੇਸ਼ਾ ਬਾਹਰ ਵੀ ਬਹੁਤ ਬੱਚੇ ਜਾ ਕੇ ਸਟਰਗਲ ਕਰ ਰਹੇ ਨੇ। ਬਾਹਰ ਵੀ ਕੁਛ ਹੈ ਨਹੀਂ ਵੀ ਮਤਲਬ ਜੇ ਉਰੇ ਆਪਾਂ ਨੂੰ ਬੱਚਿਆਂ ਨੂੰ ਅੱਗੇ ਵਧਾਉਣਾ ਵਾ, ਆਪਾਂ ਕਿਉਂ ਨਾ ਇੰਡੀਆ 'ਚ ਰਹਿ ਕੇ ਪੇਰੈਂਟਸ ਦੇ ਕੋਲ ਬੱਚੇ ਰਹਿੰਦੇ ਨੇ, ਆਪਾਂ ਨੂੰ ਸਭ ਤੋਂ ਵੱਡੀ ਤਾਂ ਇਹੀ ਗੱਲ ਹੁੰਦੀ ਹੈ। ਬਾਕੀ ਵੀ ਬਾਹਰ ਜਾ ਕੇ ਵੀ ਬੱਚੇ ਬਹੁਤ ਜ਼ਿਆਦਾ ਸਟਰਗਲ ਕਰਦੇ ਨੇ, ਉਹਨਾਂ ਨੂੰ ਆਸਾਨ ਨਹੀਂ ਹੈਗੀ ਉੱਥੇ ਦੀ ਲਾਈਫ ਵੀ, ਅਤੇ ਮਤਲਬ ਉਰੇ ਹੀ ਇੰਨੀ ਵਧੀਆ ਸਰਕਾਰ ਓਪਰਚੁਨਿਟੀ ਲੈ ਕੇ ਆਈ ਆਪਣੇ ਲਈ, ਫਿਰ ਕਿਉਂ ਨਾ ਆਪਾਂ ਇਹਦੇ ਵਿੱਚ ਅੱਧੀ ਪਹਿਲ ਹੋ। ਜੀ ਬਹੁਤ ਜ਼ਿਆਦਾ ਖੁਸ਼ੀ ਹੋਈ। ਇੱਕ ਵਾਰ ਤਾਂ ਮੇਰਾ ਵੀ ਮਨ ਸੀ, ਜਿਵੇਂ ਰਿਲੇਟਿਵਸ ਵਗੈਰਾ ਦੇ ਸਭ ਦੇ ਗਏ ਹੋਏ ਨੇ ਬੱਚੇ, ਤਾਂ ਉਹ ਕਹਿ ਦਿੰਦੇ ਨੇ ਬੱਚਿਆਂ ਨੂੰ ਬਾਹਰ ਕਿਉਂ ਨਹੀਂ ਭੇਜਿਆ, ਤਾਂ ਪਰ ਅਸੀਂ ਕਹਿੰਦੇ ਸੀ ਨਹੀਂ, ਬੱਚੇ ਆਪ ਵੀ ਖੁਦ ਵੀ ਇਹਨੂੰ ਸ਼ੁਰੂ ਤੋਂ ਹੀ ਮਤਲਬ ਆਰਮੀ ਦੇ ਵਿੱਚ ਵੀ ਇੰਟਰਸਟ ਰਿਹਾ, ਅਤੇ ਸ਼ੁਰੂ ਤੋਂ ਹੀ ਇਹਨੂੰ ਸੀਗਾ ਕਿ ਮੈਂ ਬਾਹਰ ਨਹੀਂ ਜਾਣਾ ਹੈਗਾ, ਅਤੇ ਬਸ ਉਸੇ ਕਰਕੇ ਬੱਚਿਆਂ ਦੇ ਨਾਲ ਹੀ ਸਟੈਂਡਿੰਗ। ਸੰਗਰੂਰ ਜ਼ਿਲ੍ਹੇ ਦੀ ਐਸੀ ਪਹਿਲੀ ਲੜਕੀ ਹੈ ਜਿਹਨੇ ਇਹ ਉਪਰਾਲਾ ਚੱਕਿਆ ਅਤੇ ਇਹਨੂੰ ਇਹ ਭਰਤੀ ਮਿਲੀ ਹੈ। ਔਰ ਪੰਜਾਬ 'ਚੋਂ ਮੈਨੂੰ ਦੱਸ ਰਹੀ ਸੀ ਹੁਣੇ, ਇਹਨਾਂ ਦੇ ਫਾਦਰ ਸਾਹਿਬ ਦੱਸ ਰਹੇ, ਪੰਜਾਬ 'ਚੋਂ 5 ਲੜਕੀਆਂ ਨੂੰ ਅਗਨੀਵੀਰ ਦੇ ਵਿੱਚ ਮੌਕਾ ਮਿਲਿਆ ਦੇਸ਼ ਦੀ ਸੇਵਾ ਕਰਨ ਦਾ, ਔਰ ਮੈਨੂੰ ਬਹੁਤ ਹੀ ਖੁਸ਼ੀ ਹੈ ਇਸ ਗੱਲ ਦੀ, ਇਸ ਕਰਕੇ ਮੈਂ ਇਹਨੂੰ ਵਧਾਈ ਦੇਣ ਆਇਆ। ਔਰ ਮੈਨੂੰ ਉਮੀਦ ਹੈ ਕਿ ਇਹਨਾਂ ਨੂੰ ਦੇਖ ਕੇ ਹੋਰ ਵੀ ਸਾਡੇ ਪੰਜਾਬ ਦੀ ਲੜਕੀਆਂ ਔਰ ਲੜਕੇ ਅਗਨੀਵੀਰ ਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਹੈ ਸਰਕਾਰ ਦਾ, ਔਰ ਬਿਨਾਂ ਸਿਆਸੀ ਗੱਲਾਂ ਦੇ ਵਿੱਚ ਪੈ ਕੇ ਮੈਂ ਵੈਸੇ ਕਹਿ ਰਿਹਾ, ਬਹੁਤ ਵੱਡਾ ਉਪਰਾਲਾ ਹੈ। ਔਰ ਮੇਰੇ ਖਿਆਲ में ਆਉਣ ਵਾਲੀ ਪੀੜ੍ਹੀ ਵਾਸਤੇ ਬਹੁਤ ਵੱਡੀ ਗੱਲ ਹੈ, ਬਹੁਤ ਚੰਗੀ ਟ੍ਰੇਨਿੰਗ ਵੀ ਮਿਲਦੀ ਹੈ, ਅਤੇ ਮੈਨੂੰ ਖੁਸ਼ੀ ਹੈ ਕਿ ਇਹਨੂੰ ਇਹ ਮੌਕਾ ਮਿਲਿਆ। ਔਰ ਮੈਨੂੰ ਇਹ ਉਮੀਦ ਕਰਦਾ ਕਿ ਜਿਨ੍ਹਾਂ ਆਪਾਂ ਇਸ ਗੱਲ ਨੂੰ ਹਾਈਲਾਈਟ ਕਰਾਂਗੇ, ਉਹਦੇ ਰਾਹੀਂ ਹੋਰ ਵੀ ਬੱਚਿਆਂ ਨੂੰ ਇਹਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।